ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਅੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਸਵਾਗਤ ਹੈ ਤੁਹਾਡਾ ਗਰਗ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ। ਗਰਗ ਸਾਹਿਬ, ਗੱਲਬਾਤ ਇੱਥੋਂ ਸ਼ੁਰੂ ਕਿ 300 ਯੂਨਿਟ ਹੁਣ ਫ੍ਰੀ ਕਰ ਦਿੱਤੀ ਹੈ ਪੰਜਾਬ ਦੇ ਵਿੱਚ, ਮੁਫਤ। ਇਹ ਫ੍ਰੀ ਵੀ ਰੌਲਾ ਪਿੱਛੇ ਜੇ ਵੀ ਪਿਆ ਤੇ ਹੁਣ ਹਰਿਆਣਾ ਤੇ ਹਿਮਾਚਲ ਵਾਲੇ ਵੀ ਫ੍ਰੀ ਕਰੀ ਬੈਠੇ ਨੇ। ਉਹਨਾਂ ਨੇ ਬੱਸਾਂ 'ਚ ਔਰਤਾਂ ਦਾ ਕਿਰਾਇਆ ਅੱਧਾ ਕਰਤਾ। ਪੰਜਾਬ 'ਚ ਤਾਂ ਸਾਰਾ ਹੀ ਹੈ ਮਾਫ, ਤੇ ਬਾਕੀ ਬਿਜਲੀ ਦੀਆਂ ਰਿਆਇਤਾਂ ਉਹ ਵੀ ਕਾਫੀ ਹੱਦ ਤੱਕ ਦੇ ਰਹੇ ਨੇ। ਪਰ ਜਿੱਥੋਂ ਤੱਕ ਗੱਲ ਇਹ ਆ ਕਿ ਪੈਸਾ ਆਉਣਾ ਕਿੱਥੋਂ ਹੈ ਤੇ ਇਹਦਾ ਬੋਝ ਕਿਸ ਤਰ੍ਹਾਂ ਆਮ ਲੋਕਾਂ ਦੀ ਜੇਬ ਦੇ ਉੱਤੇ ਪੈਣਾ, ਖਾਸ ਲੋਕਾਂ ਦੀ ਜੇਬ ਦੇ ਉੱਤੇ ਵੀ ਪੈਣਾ, ਪਰ ਆਮ ਲੋਕ ਵੱਧ ਪੀਸੇ ਜਾਂਦੇ ਨੇ। ਇਹਦੇ ਵਿੱਚ ਨਾਲੋਂ ਨਾਲ ਜੋ ਕੁਝ ਸਰਕਾਰ ਨੇ ਰੱਖਿਆ ਉਹਦੇ ਉੱਤੇ ਬੜੇ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ। ਦੇਖੋ ਸੁਖਵਿੰਦਰ ਜੀ, ਇੱਕ ਤਾਂ ਸਾਡਾ ਜਿਹੜਾ ਪ੍ਰਬੰਧ ਹੈ ਉਹਦੇ ਵਿੱਚ ਲੋਕਾਂ ਨੂੰ ਆਪਣੇ ਸਵਾਵਲੰਬੀ ਬਣਾਉਣਾ, ਉਹਨਾਂ ਨੂੰ ਰੁਜ਼ਗਾਰ ਦੇਣਾ, ਉਹਨਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣਾ, ਉਹਨਾਂ ਨੂੰ ਇੱਕ ਅਣਖ ਦੀ ਸੱਚੀ ਸੁੱਚੀ ਚੰਗੀ ਜ਼ਿੰਦਗੀ, ਸਿਹਤਮੰਦ ਜ਼ਿੰਦਗੀ, ਖੁਸ਼ਹਾਲ ਜ਼ਿੰਦਗੀ ਅਤੇ ਮਾਨਸਿਕ ਤੌਰ 'ਤੇ ਸੰਤੁਸ਼ਟ ਜ਼ਿੰਦਗੀ ਦੇਣਾ। ਇਹਦੀ ਬਜਾਏ ਲੋਕਾਂ ਨੂੰ ਇਸ ਗੱਲ 'ਤੇ ਲਾਤਾ ਜਿਵੇਂ ਕੋਈ ਬੱਚੇ ਨੂੰ ਤੁਸੀਂ ਲਾ ਦਿਓ ਵੀ ਤੈਂ ਪੜ੍ਹ ਕੇ ਕੀ ਲੈਣਾ, ਤੈਨੂੰ ਨਕਲ ਮਰਵਾ ਕੇ ਪਾਸ ਕਰ ਦਾਂਗੇ। ਸੋ ਹੁਣ ਸਾਡੇ ਇਹ ਲਾਤਾ ਚਾਰਟ ਦੇ ਉੱਤੇ ਵੀ ਤੁਹਾਨੂੰ ਆਹ ਮੁਫਤ ਦੇ ਦਾਂਗੇ, ਤੁਸੀਂ ਕੀ ਲੈਣਾ, ਕੋਈ ਵੀ ਤੁਹਾਨੂੰ ਜੋਬ ਮਿਲਦਾ ਨਹੀਂ ਮਿਲਦਾ ਕੀ ਹੈ। ਉਹਦੇ ਵਿੱਚ ਗਾਹਾਂ ਇੱਕ ਤਰੀਕਾ ਲੱਭ ਲਿਆ, ਜਿਵੇਂ ਮੈਂ ਬਿਊਰੋਕਰੇਸੀ ਦਾ ਦੇਖਦਾ। ਪਹਿਲਾਂ ਬਿਊਰੋਕਰੇਸੀ ਬੜੇ ਸਟੈਂਡ ਲੈਂਦੀ ਸੀ, ਫਿਰ ਉਹਨਾਂ ਦੇਖਿਆ ਵੀ ਯਾਰ ਜੇ ਥੱਲੇ ਮੁਲਾਜ਼ਮਾਂ ਦੀ ਤਨਖਾਹ ਵਧਾ ਦਿਓ ਸਾਡੀਆਂ ਵੀ ਵੱਧ ਜਾਣਗੀਆਂ, ਉੱਦਾਂ ਹੀ ਮੰਗੀ ਜਾਓ ਸਾਰਾ ਕੁਛ। ਉਹ ਫਿਰ ਹੁਣ ਬਿਊਰੋਕਰੇਸੀ ਮੁਲਾਜ਼ਮਾਂ ਦੇ ਹੱਕ 'ਚ ਹੀ ਸਾਰੇ ਫੈਸਲੇ ਕਰਾਉਂਦੀ ਹੈ, ਦਿਖਾਵਾ ਜਾਂ ਭਾਵੇਂ ਵਿਰੋਧੀ ਦਾ ਕਰੇ। ਇੱਦਾਂ ਹੁਣ ਸਿਆਸਤਦਾਨ ਨੇ ਇਸ ਗੱਲ ਦੇ ਉੱਤੇ ਲਾ ਲਿਆ ਵੀ ਆਪਾਂ ਤੁਹਾਨੂੰ ਆਹ ਦੇ ਦਾਂਗੇ ਆਹ ਦੇ ਦਾਂਗੇ, ਅਤੇ ਉਤਲਿਆਂ ਨੂੰ ਉਦੋਂ ਜ਼ਿਆਦਾ ਮਿਲ ਜਾਂਦਾ। ਜੇ ਬਿਜਲੀ ਖੇਤੀ ਦੀ ਮੁਫਤ ਹੋਈ ਹੈ ਤਾਂ ਜਿਨ੍ਹਾਂ ਦੇ 10-10 ਟਿਊਬਵੈੱਲ ਨੇ, 5-5, 7-7 ਟਿਊਬਵੈੱਲ ਨੇ, ਉਹਨਾਂ ਨੂੰ ਤਾਂ ਜ਼ਿਆਦਾ ਹੀ ਫਾਇਦਾ। ਬੈਨੀਫਿਟ ਤਾਂ ਉਹਨਾਂ ਨੂੰ ਬਹੁਤ ਵੱਡਾ ਹੈ। ਜੇ ਵੱਡੀਆਂ ਜ਼ਮੀਨਾਂ ਨੇ ਉਹਨਾਂ ਨੂੰ ਤੌਰ 'ਤੇ ਜ਼ਿਆਦਾ ਟੈਕਸ ਦੇਣਾ ਚਾਹੀਦਾ ਸੀ, ਉਹ ਟੈਕਸ ਦੇਣ ਦੀ ਬਜਾਏ ਉਹ ਸਮਾਂ ਬਿਜਲੀ ਦੀ ਮੁਫਤ ਲੈ ਰਹੇ ਨੇ। ਇੱਦਾਂ ਹੀ ਜੇ ਤੁਸੀਂ 300 ਯੂਨਿਟ ਫ੍ਰੀ ਕਰਦੇ ਹੋ, ਅਜੇ ਫਾਰਮਲ ਚਿੱਠੀ ਜਦ ਨਿਕਲੂਗੀ ਉਦੋਂ ਤੋਂ ਪਤਾ ਲੱਗੂ, ਕਿਉਂਕਿ ਚਿੱਠੀ ਕੱਢਣ ਵੇਲੇ ਵੀ ਬੜਾ ਕੁਛ ਹੋ ਜਾਂਦਾ ਹੈ। ਉਹ ਇੱਕ ਅੰਗਰੇਜ਼ੀ 'ਚ ਕਹਿੰਦੇ ਨੇ ਦੇਰ ਇਜ਼ ਮਨੀ ਸਲਿਪ ਬਿਟਵੀਨ ਦੀ ਕੱਪ ਐਂਡ ਦੀ ਲਿਪ, ਅਤੇ ਕੋਈ ਪਤਾ ਨਹੀਂ ਚਿੱਠੀ 'ਚ ਕੀ ਲਿਖਿਆ ਜਾਂਦਾ ਹੈ। ਔਰ ਕਈ ਵਾਰੀ ਚਿੱਠੀਆਂ 'ਚ ਇਹੋ ਜਿਹਾ ਹੁੰਦਾ ਵੀ ਹੈ, ਅਤੇ ਉਹ ਚਿੱਠੀ ਤੋਂ ਪਤਾ ਲੱਗੂਗਾ ਵੀ ਕੀ ਹੈ। ਅਤੇ ਪਰ ਜੇ ਹਰੇਕ ਨੂੰ 300 ਯੂਨਿਟ ਦੇਣਾ ਹੈ, ਇਹ ਮੈਨੂੰ ਐਂ ਲੱਗਦਾ ਵੀ ਇਹ ਕੋਈ ਇਹ ਨਜਾਇਜ਼ ਹੈ। ਇਹ ਖਜ਼ਾਨੇ ਦੇ ਉੱਤੇ ਬੋਝ ਤਾਂ ਹੈਗਾ ਹੀ ਹੈਗਾ। ਇਹ ਗਰੀਬਾਂ ਨੂੰ ਤਾਂ ਲੱਗਦਾ ਵੀ 300 ਯੂਨਿਟ ਸਾਨੂੰ ਮਿਲ ਜੂਗੀ, ਅਤੇ ਪਰ ਇਹ ਗਰੀਬਾਂ ਦੇ ਉੱਤੇ ਬੋਝ ਵੀ ਹੈ, ਕਿਉਂਕਿ ਜਿਹੜਾ ਅਮੀਰਾਂ ਨੂੰ 300 ਯੂਨਿਟ ਛੱਡਣਾ ਹੈ, ਜਿਹੜੇ ਉੱਤਲੇ 15-20% ਲੋਕ ਤਾਂ ਹੋਏਗੇ ਨੇ। ਮੈਂ ਕਿਸੇ ਨੂੰ ਸੁਣ ਰਿਹਾ ਸੀ, ਕੋਈ ਕਹਿੰਦਾ ਜੀ 50% ਨੇ ਇੰਨੇ ਪੈਸੇ ਆ ਰਹੇ। 50% ਨਹੀਂ ਹੈਗੇ ਪੰਜਾਬ 'ਚ ਵੀ, ਅਤੇ 15-20% ਲੋਕ ਜਿਹੜੇ ਨੇ ਉਹਨਾਂ ਨੂੰ ਛੱਡਣ ਦਾ ਕੋਈ ਮਤਲਬ ਨਹੀਂ, ਕਿਉਂਕਿ ਉਹਨਾਂ 'ਚੋਂ 4-5 ਲੱਖ ਪਰਿਵਾਰ ਤਾਂ ਪੈਨਸ਼ਨਰਾਂ ਦਾ ਅਤੇ ਮੁਲਾਜ਼ਮਾਂ ਦਾ ਹੀ ਹੈ, ਜਿਨ੍ਹਾਂ ਨੂੰ ਚੰਗੀ ਤਨਖਾਹ ਚੰਗੀ ਪੈਨਸ਼ਨ ਮਿਲਦੀ ਹੈ। ਉਹਨਾਂ ਨੂੰ ਬਿਜਲੀ ਮੁਫਤ ਕਿਉਂ ਮਿਲੇ ਬਈ? ਇੱਦਾਂ ਹੀ ਜਿਹੜੇ ਕੁਛ ਤਕੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਬਿਜਲੀ ਕਿਉਂ ਮੁਫਤ ਮਿਲੇ ਬਈ? ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਜਿਹੜਾ ਸਾਡੀ ਸੋਚ ਹੈ, ਉਹ ਸੋਚ ਦੇ ਵਿੱਚ ਸਰਕਾਰ ਦਾ ਹਮੇਸ਼ਾ ਇਹ ਹੁੰਦਾ ਹੈ, ਰੂਲ ਇਹ ਹੈ, ਕਹਿੰਦਾ ਹੈ ਦੁਨੀਆ ਦਾ, ਸਾਡੇ ਸੱਭਿਆਚਾਰ ਦਾ, ਕਿ ਜਿਹਦੇ ਕੋਲ ਹੈਗਾ ਉਹਨੂੰ ਟੈਕਸ ਲਾਓ, ਜਿਹਦੇ ਕੋਲ ਜ਼ਿਆਦਾ ਹੈ, ਜਿਹਦੇ ਕੋਲ ਹੈ ਨਹੀਂ ਉਹਨੂੰ ਦਿਓ। ਅਤੇ ਇਹ ਉਲਟਾ ਕਰਦੇ ਨੇ, ਇਹ ਉਲਟਾ ਕਰ ਰਹੇ ਨੇ ਵੀ ਸਭ ਨੂੰ ਹੀ ਦੇ ਦਿਓ। ਉਹਦਾ ਮਤਲਬ ਜਿਹਦੇ ਕੋਲ ਪਹਿਲਾਂ ਹੀ ਜ਼ਿਆਦਾ ਉਹਨੂੰ ਤਾਂ ਹੋਰ ਜ਼ਿਆਦਾ ਮਿਲ ਗਿਆ, ਕਿਉਂਕਿ ਬਿਜਲੀ ਵੀ ਉਹਨੇ ਜ਼ਿਆਦਾ ਖਰਚ ਕਰਨੀ ਹੈ, ਅਤੇ ਉਹਨੂੰ 300 ਯੂਨਿਟ ਤੁਸੀਂ ਮੁਫਤ ਦੇ ਦਿਓ। ਉਹਦੇ ਕੋਲ ਤਾਂ ਪੈਸੇ ਹੀ ਇੰਨਾ, ਉਹ ਤੋਂ 300 ਦੇ ਸਮਾਂ ਪੈਸੇ ਮਿਲਣੇ ਚਾਹੀਦੇ ਸੀ ਤਾਂ ਕਿ ਇਹਨਾਂ ਨੂੰ ਮੁਫਤ ਦੇ ਦਿਓ। ਅੱਗੇ ਅਸੀਂ ਇਹਨੂੰ ਕਹਿੰਦੇ ਸੀ ਕ੍ਰੋਸ ਸਬਸਿਡੀ। ਮੈਡੀਕਲ ਦੀਆਂ ਸੀਟਾਂ 'ਚ ਵੀ ਅਸੀਂ ਕਰਦੇ ਸੀਗੇ ਵੀ ਕੁਛ ਸੀਟਾਂ ਅਮੀਰ ਬੰਦਿਆਂ ਨੂੰ ਜ਼ਿਆਦਾ ਫੀਸ 'ਤੇ ਦੇ ਦੇਣ ਪ੍ਰਾਈਵੇਟ ਇੰਸਟੀਟਿਊਸ਼ਨਾਂ, ਤਾਂ ਕਿ ਬਾਕੀਆਂ ਨੂੰ ਘੱਟ ਫੀਸ 'ਤੇ ਦੂਜੀਆਂ ਸੀਟਾਂ। ਇਹ ਸੁਪਰੀਮ ਕੋਰਟ ਦਾ ਵੀ ਫੈਸਲਾ ਸੀ, 19 ਕ੍ਰਿਸ਼ਨਨ ਜੱਜਮੈਂਟ, ਬੜੀ ਮਸ਼ਹੂਰ ਜੱਜਮੈਂਟ ਹੈ। ਇਹ ਕ੍ਰੋਸ ਸਬਸਿਡੀ ਜਿਹੜੀ ਹੈ, ਇਹ ਖਤਮ ਕਰਕੇ ਕੀ ਕਰਨਾ ਵੀ ਹਰੇਕ ਨੂੰ ਉਸੇ ਰੱਸੇ ਵੱਟੋ। 300 ਮਾਫ ਕਰਨਾ, ਸਭ ਦਾ ਮਾਫ ਕਰ ਦਿਓ। ਜਿੰਨੇ ਪੈਸੇ ਲਾਉਣੇ ਨੇ ਸਭ ਨੂੰ ਬਰਾਬਰ ਲਾ ਦਿਓ। ਇਹ ਕੋਈ ਬਰਾਬਰਤਾ ਨਹੀਂ ਹੁੰਦੀ। ਜਿਹੜਾ ਇੱਕ ਅਮੀਰ ਆਦਮੀ ਹੈ ਉਹਨੂੰ ਉਨੇ ਕੁ ਪੈਸਿਆਂ ਦਾ ਕੋਈ ਮੀਨਿੰਗ ਨਹੀਂ ਹੁੰਦਾ। ਸੋ ਇਹ ਕ੍ਰੋਸ ਸਬਸਿਡੀ ਦਾ ਮਤਲਬ ਇਹ ਹੁੰਦਾ ਹੈ ਕਿ ਜਿਹਦੇ ਕੋਲ ਜ਼ਿਆਦਾ ਪੈਸੇ ਨੇ ਉਹ ਤੋਂ ਤੁਸੀਂ ਥੋੜ੍ਹੇ ਵੱਧ ਲੈ ਲਓ ਉਸੇ ਸਰਵਿਸ ਦੇ, ਅਤੇ ਜਿਹਦੇ ਕੋਲ ਘੱਟ ਨੇ ਉਹਨੂੰ ਥੋੜ੍ਹੀ ਸਸਤੀ ਦੇ ਦਿਓ ਸਰਵਿਸ। ਇਹ ਕ੍ਰੋਸ ਸਬਸਿਡੀ ਦੀ ਬਜਾਏ ਸਬਸਿਡੀ ਦੇਣ ਲੱਗੇ। ਇਹ ਕ੍ਰੋਸ ਸਬਸਿਡੀ ਹੁੰਦੀ ਹੈ ਵੈਲਫੇਅਰ ਸਟੇਟ 'ਚ, ਜਿਹੜੀ ਕਲਿਆਣਕਾਰੀ ਰਾਜ ਹੋਵੇ। ਸਾਡਾ ਜਿਹੜਾ ਸੰਵਿਧਾਨ ਸੀ, ਸਾਡੀ ਆਜ਼ਾਦੀ ਦੀ ਲੜਾਈ ਸੀ, ਉਹ ਕਲਿਆਣਕਾਰੀ ਰਾਜ ਦੀ ਲੜਾਈ ਸੀ, ਨਾ ਕਿ ਉਹ ਅਸੀਂ ਕਹੀਏ ਦਾਨਵੀਰ ਸਟੇਟ ਦੀ। ਇਹ ਦਾਨਵੀਰ ਬੰਦੇ ਜਾ ਰਹੇ ਨੇ ਵੀ ਜਿਹੜਾ ਮਰਜ਼ੀ ਹੋਵੇ ਹਰੇਕ ਨੂੰ ਦਾਨ ਕਰੀ ਜਾਓ। ਦਾਨ ਵੀ ਲੋੜਵੰਦ ਨੂੰ ਹੀ ਦੇਈਦਾ, ਪਰ ਇਹ ਕਹਿੰਦੇ ਕਿਉਂਕਿ ਸਾਡੇ ਤਾਂ ਸਿਸਟਮ ਇਹ ਕਹਿੰਦਾ ਵੀ ਦਾਨ ਬ੍ਰਾਹਮਣ ਨੂੰ ਦੇਣਾ, ਅਤੇ ਬ੍ਰਾਹਮਣ ਭਾਵੇਂ ਜਿੰਨਾ ਮਰਜ਼ੀ ਅਮੀਰ ਹੋਵੇ ਉਹਨੂੰ ਫਿਰ ਵੀ ਦੇ ਦੇਣਾ।
ਤੇ ਉਹਦੇ ਉਲਟ ਚਲੋ ਹੁਣ ਇੱਥੇ ਕਹਿੰਦੇ ਨੇ ਸਾਰਿਆਂ ਨੂੰ ਦੇਣਾ, ਉਹਦੇ ਉਲਟ ਜਿਹੜੀ ਸਾਡੀ ਪਾਪੂਲੇਸ਼ਨ ਪਿੰਡਾਂ 'ਚ ਹੈ, ਸ਼ਡਿਊਲਡ ਕਾਸਟ ਦੀ ਹੈ, ਚਲੋ ਪੰਜਾਬ 'ਚ ਕਹਿੰਦੇ ਨੇ ਸ਼ਡਿਊਲਡ ਟਰਾਈਬ ਹੈ ਨਹੀਂ, ਹੈਗੇ ਨੇ ਗੱਡੀਆਂ ਵਾਲੇ, ਕੁੱਡੀਆਂ ਵਾਲੇ, ਧਾਨਕੇ, ਇਹ ਸਾਰੇ ਸ਼ਡਿਊਲਡ ਟਰਾਈਬ ਹੀ ਨੇ। ਤੇ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਹੈਗੇ ਨੇ ਕਹਿ ਲਓ ਵੀ ਵੂਮਨ ਹੈ, ਸਿੰਗਲ ਵੂਮਨ, ਇਕਲ ਵੂਮਨ ਜਿਹੜੀਆਂ ਪਰਿਵਾਰ ਨੇ, ਖਾਸ ਕਰਕੇ ਵਿਡੋਜ਼ ਦੇ, ਸੁਈਸਾਈਡ ਵਿਕਟਮ ਦੇ, ਉਹਨਾਂ ਕੋਲ ਆਮਦਨ ਦਾ ਵੀ ਕੋਈ ਬਹੁਤਾ ਸੋਰਸ ਨਹੀਂ ਹੈ, ਤੇ ਉਹਨਾਂ ਨੂੰ ਅਸੀਂ ਕੁਛ ਨਾ ਕੁਛ ਦੇਣਾ ਸੀ। ਤੇ ਜਿਨ੍ਹਾਂ ਕੋਲ ਕਾਫੀ ਪੈਸਾ ਹੈ ਆਮਦਨ ਦਾ, ਉਹ ਤੋਂ ਲੈਣਾ ਸੀ, ਕਿਉਂਕਿ ਸਟੇਟ ਨੇ ਲੈ ਕੇ, ਭਗਵੰਤ ਮਾਨ ਜੀ ਨੇ ਆਪਣੀ ਜੇਬ ਚੋਂ ਥੋੜ੍ਹਾ ਦੇਣਾ ਕੁਛ, ਜਾਂ ਕੇਜਰੀਵਾਲ ਜੀ ਨੇ ਜੇਬ ਚੋਂ ਥੋੜ੍ਹਾ ਦੇਣਾ, ਜਾਂ ਚੰਨੀ ਸਾਹਿਬ ਨੇ ਜੇਬ ਚੋਂ ਥੋੜ੍ਹਾ ਦਿੱਤਾ, ਜੋ ਪਹਿਲਾਂ ਕਿਹਾ ਵੀ ਬੱਸਾਂ ਦਾ ਕਿਰਾਇਆ ਘਟਾਓ, ਇਹ ਮੁਫਤ ਫਲਾਣਾ, ਇਹ 1000 ਰੁਪਇਆ ਕਹਿੰਦੇ ਜਿਹੜਾ ਦੇਣ ਨੂੰ। ਸੋ ਇਸ ਕਰਕੇ ਫ੍ਰੀ ਬੀਜ ਦਾ ਜਿਹੜਾ ਸੋ ਕਾਲਡ ਫ੍ਰੀ ਬੀਜ ਕਹਿਣਾ ਹੀ ਗਲਤ ਹੈ। ਫ੍ਰੀ ਬੀਜ ਕਹਿ ਕੇ ਤੁਸੀਂ ਸਾਰੀ ਸਬਸਿਡੀ ਨੂੰ ਖਤਮ ਕਰ ਦਿਓ, ਇਹ ਗਲਤ ਹੈ। ਕਮਜ਼ੋਰ ਬੰਦੇ ਨੂੰ ਖੁਰਾਕ ਦੇ ਹੀ ਲਈ ਹੈ, ਪਰ ਜਿਹੜਾ ਰੱਜਿਆ ਹੋਇਆ ਉਹਨੂੰ ਜ਼ਿਆਦਾ ਰੋਟੀ ਖਿਲਾਓਗੇ, ਹੋਰ ਜ਼ਿਆਦਾ ਗੜਬੜ ਪੈਦਾ ਹੋਊਗੀ। ਉਹਨੂੰ ਫ੍ਰੀ ਬੀਜ ਨਾ ਕਹੋ ਦੋਹਾਂ ਨੂੰ, ਇਹ ਆਮ ਹੀ ਇੱਕ ਲਫ਼ਜ਼ਨਾਮਾ ਬਣਾ ਲਿਆ, ਫ੍ਰੀ ਬੀਜ, ਟੈਕਸ ਪੇਅਰ ਮਨੀ। ਕਿਸੇ ਨੂੰ ਨਹੀਂ ਪਤਾ ਵੀ ਟੈਕਸ ਪੇਅਰ ਕੌਣ ਹੈ ਜ਼ਿਆਦਾ। ਟੈਕਸ ਜਿਹੜਾ ਪ੍ਰਪੋਰਸ਼ਨੇਟਲੀ ਟੈਕਸ ਜਿੰਨਾ ਦਿੰਦਾ ਹੈ, ਉਹ ਗਰੀਬ ਆਦਮੀ ਜ਼ਿਆਦਾ ਦੇ ਰਿਹਾ ਤੇ ਉਹਨੂੰ ਸਹੂਲਤ ਘੱਟ ਮਿਲ ਰਹੀ ਹੈ। ਜੇ ਅਸੀਂ ਇੱਥੇ ਪੰਜਾਬ ਔਰ ਚੰਡੀਗੜ੍ਹ ਦੇ ਮੁਕਾਬਲਾ ਕਰ ਲਈਏ, ਚੰਡੀਗੜ੍ਹ 'ਚ ਚਾਹੇ ਜਿਹੜੇ ਸਰਕਾਰੀ ਸਕੂਲ ਵੀ ਨੇ, ਉਹ ਵੀ ਅੱਡੇ ਅੱਡੇ ਖੁੱਲ੍ਹੇ ਸਕੂਲ, ਖੁੱਲ੍ਹੇ ਗਰਾਊਂਡ ਹੈ, ਛੋਟੀ ਛੋਟੀ ਥਾਂ ਦੇ ਉੱਤੇ ਵੀ ਵੱਡੇ ਵੱਡੇ ਪਾਰਕ, ਤੇ ਵੱਡੀਆਂ ਵੱਡੀਆਂ ਸੰਸਥਾਵਾਂ। ਉਹਦੇ ਵਿੱਚ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਇਹ ਜਿਹੜਾ ਹੈਗਾ ਇਹਨਾਂ ਨੂੰ ਸੋ ਇਹਦੇ ਵਿੱਚ ਮੈਂ ਇਹਨੂੰ ਬੰਦ ਕਰਨਾ ਜਰਾ, ਸੌਰੀ। ਜਿੱਥੇ ਤੁਸੀਂ ਟੈਕਸ ਪੇਅਰ ਦੀ ਗੱਲ ਕਰ ਰਹੇ ਸੀ ਨਾ, ਉੱਥੇ ਹੀ ਆ, ਉੱਥੋਂ ਹੀ ਸ਼ੁਰੂ ਕਰ ਦਿਓ ਜੀ। ਹਾਂ, ਮੈਂ ਇਹਨੂੰ ਮੈਂ ਬੰਦ ਕਰਨਾ, ਇਹ ਫਿਰ ਨਹੀਂ, ਫਿਰ ਦੁਬਾਰਾ ਫਿਰ ਆਊਗਾ। ਠੀਕ ਹੈ, ਟੁੱਟ ਗਿਆ ਸੀ ਮੈਂ, ਸੌਰੀ। ਸੋ ਜਦ ਅਸੀਂ ਟੈਕਸ ਪੇਅਰ ਦੀ ਗੱਲ ਕਰਦੇ ਹਾਂ ਕਿ ਵੀ ਟੈਕਸ ਪੇਅਰ ਮਨੀ ਤੇ ਟੈਕਸ ਪੇਅਰ ਦਾ ਪੈਸਾ ਇਹ ਫ੍ਰੀ ਬੀਜ ਦਿੱਤਾ ਜਾ ਰਿਹਾ ਹੈ, ਤਾਂ ਅਸੀਂ ਦੋਨੇ ਪਾਸੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਹੀ ਜਿਹੜੀ ਸਥਿਤੀ ਉਹ ਦੱਸ ਨਹੀਂ ਰਹੇ। ਹੁਣ ਟੈਕਸ ਪੇਅਰ ਦਾ ਮਨੀ ਦਾ ਜੇ ਦੇਖੀਏ, ਪੰਜਾਬ ਦੇ ਵਿੱਚ ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ ਦੀਆਂ, ਭਾਰਤ ਦੀ ਰਿਜ਼ਰਵ ਬੈਂਕ ਦੀਆਂ ਜਿਹੜੇ ਅੰਕੜੇ ਨੇ, ਉਹਨਾਂ ਦੇ ਮੁਤਾਬਕ ਜਿਹੜੇ ਕਿ ਪੰਜਾਬ ਸਰਕਾਰ ਨੇ ਛਾਪ ਕੇ ਆਪਦੇ ਬਜਟ ਸੈਸ਼ਨ 'ਚ ਵੰਡੇ ਨੇ, ਪਿੱਛੇ ਜਿਹੜਾ ਬਜਟ ਸੈਸ਼ਨ ਸੀ, ਕਿਤਾਬ ਵੰਡੀ ਹੈ ਬਾਕਾਇਦਾ, ਜਿਹੜੀ ਉਹਨੂੰ ਸਟੈਟਿਸਟੀਕਲ ਐਬਸਟ੍ਰੈਕਟ ਕਹਿੰਦੇ, ਉਹਦੇ 'ਚ ਛਾਪੇ ਹੋਏ ਨੇ, ਆਰਬੀ ਦੇ ਅੰਕੜੇ ਨੇ। ਜਿਹੜਾ ਸਿੱਧਾ ਟੈਕਸ ਹੈ ਉਹ 75 ਰੁਪਏ ਤੇ ਕੁਛ 8-9 ਪੈਸੇ, ਕਿੰਨੇ ਪੈਸੇ ਹੈਗਾ ਪਰ ਹੈਡ। ਜਿਹੜਾ ਟੇਢੇ ਟੈਕਸ ਨੇ ਉਹ ਹੈਗੇ ਨੇ 16,345 ਕੇ ਕਿੰਨੇ 55, 16,355 ਪਰ ਹੈਡ। ਹੁਣ ਸਿੱਧਾ ਟੈਕਸ ਕੀ ਹੁੰਦਾ ਹੈ? ਸਿੱਧਾ ਟੈਕਸ ਆਪਾਂ ਜ਼ਮੀਨ ਦੀ ਰਜਿਸਟਰੀ ਕਰਾਉਂਦੇ ਆ, ਉਹ ਤੇ ਸਟੈਂਪ ਡਿਊਟੀ ਸਿੱਧੀ ਸਰਕਾਰ ਨੂੰ ਜਾਂਦੀ ਹੈ। ਆਪਾਂ ਗੱਡੀ ਦੀ ਆਰਸੀ ਲੈਂਦੇ ਹਾਂ, ਉਹ ਸਿੱਧੀ ਸਰਕਾਰ ਦੇ ਖਜ਼ਾਨੇ 'ਚ ਪੈਸਾ ਜਾਂਦਾ ਹੈ। ਆਪਾਂ ਕੋਈ ਟਿਕਟਾਂ ਖਰੀਦਦੇ ਹਾਂ, ਠੀਕ ਹੈ, ਉਹਦਾ ਸਿੱਧਾ ਪੈਸਾ ਖਜ਼ਾਨੇ 'ਚ ਜਾਂਦਾ ਹੈ। ਤੇ ਪਰ ਅਸਿੱਧੇ ਟੈਕਸ ਕੀ ਨੇ? ਆਪਾਂ ਖਰੀਦਦੇ ਪੈਟਰੋਲ, ਉਹ ਪੈਸੇ ਆਪਾਂ ਪੈਟਰੋਲ ਪੰਪ ਵਾਲੇ ਨੂੰ ਦੇ ਰਹੇ ਹਾਂ, ਜਿਹੜਾ ਟੈਕਸ ਹੈ ਸਰਕਾਰ ਨੂੰ ਉਹ ਜਮ੍ਹਾਂ ਕਰਾਉਂਦਾ ਹੈ। ਡੀਜ਼ਲ ਖਰੀਦਦੇ ਹਾਂ, ਕੱਪੜਾ ਖਰੀਦਦੇ ਹਾਂ, ਕਿਤਾਬਾਂ ਖਰੀਦਦੇ ਹਾਂ, ਦਵਾਈਆਂ ਖਰੀਦਦੇ ਹਾਂ, ਕੋਈ ਮਿੱਟੀ ਦਾ ਤੇਲ ਖਰੀਦਦੇ ਹਾਂ, ਕੋਈ ਗੈਸ ਖਰੀਦਦੇ ਹਾਂ, ਕੋਈ ਇੱਟਾਂ ਖਰੀਦਦੇ ਹਾਂ, ਕੋਈ ਸੀਮੈਂਟ ਖਰੀਦਦੇ ਹਾਂ, ਕੋਈ ਰੇਤਾ ਖਰੀਦਦੇ ਹਾਂ, ਕੋਈ ਸਰੀਆ ਖਰੀਦਦੇ ਹਾਂ, ਕੋਈ ਕੁਰਸੀ ਮੰਜਾ ਖਰੀਦਦੇ ਹਾਂ, ਕੋਈ ਚਾਦਰ ਖਰੀਦਦੇ ਹਾਂ, ਕੁਛ ਵੀ ਖਰੀਦਦੇ ਹਾਂ, ਮਤਲਬ ਜਾਣੀ ਕਿ ਜਿਹੜੀ ਵੀ ਚੀਜ਼, ਪਾਣੀ ਦੀ ਬੋਤਲ ਖਰੀਦਦੇ ਹਾਂ, ਤੇ ਦੁੱਧ ਖਰੀਦਦੇ ਹਾਂ, ਗੁੜ, ਚਾਹ, ਲੂਣ, ਤੇਲ, ਕੁਛ ਵੀ, ਹਰੇਕ ਚੀਜ਼ ਜਿਹੜੀ ਆਪਾਂ ਖਰੀਦਦੇ ਹਾਂ, ਉਹ ਤੇ ਜਿਹੜਾ ਟੈਕਸ ਹੈ, ਉਹ ਟੈਕਸ ਆਪਾਂ ਜਿਹਤੋਂ ਆਪਾਂ ਚੀਜ਼ ਮੁੱਲ ਲੈਂਦੇ ਹਾਂ ਉਹਨੂੰ ਦਿੰਦੇ ਹਾਂ, ਅਸਲ 'ਚ ਉਹ ਗਾਹਾਂ ਜਮ੍ਹਾਂ ਕਰਾਉਂਦਾ ਹੈ, ਜਿਹਦਾ ਨਾਂ ਇਹਨਾਂ ਨੇ ਰੱਖਿਆ GST, ਵੈਟ ਤੇ ਹੋਰ 100 ਤਰ੍ਹਾਂ ਦੀ ਗੱਲਾਂ ਨੇ, ਠੀਕ ਹੈ, ਸਟੇਟ GST, ਸੈਂਟਰ GST। ਉਹ ਟੈਕਸ ਹੈ ਜਿਹੜਾ ਤਾਂ ਹਰੇਕ ਬੰਦਾ ਦੇ ਰਿਹਾ ਹੈ। ਹੁਣ ਹਰੇਕ ਬੰਦਾ ਪਰ ਹੈਡ ਟੈਕਸ ਜਿਹੜਾ ਉਹ 16,355 ਪੰਜਾਬ 'ਚ, ਸਿੱਧੇ ਟੈਕਸ ਸਿਰਫ 75 ਰੁਪਏ ਨੇ, ਜਿਹੜੇ ਕਿ ਜੇ ਅਸੀਂ 1998-99 ਤੋਂ ਦੇਖੀਏ ਤਾਂ ਸਿੱਧੇ ਟੈਕਸ ਘਟਦੇ ਆਏ ਨੇ ਤੇ ਟੇਢੇ ਟੈਕਸ ਵੱਧਦੇ ਆਏ ਨੇ। ਸੋ ਟੈਕਸ ਕਿਹਦੇ ਉੱਤੇ ਵਧਿਆ? ਆਮ ਬੰਦੇ 'ਤੇ। ਹੁਣ ਆਮ ਬੰਦਾ ਜਿਹੜਾ ਟੈਕਸ ਦੇ ਰਿਹਾ ਉਹਨੂੰ ਉਹਦੀ ਸਹੂਲਤਾਂ ਮਿਲ ਹੀ ਨਹੀਂ ਰਹੀ। ਜੇ ਆਪਾਂ ਦੇਖੀਏ ਜਿਹੜੀਆਂ ਪੰਜਾਬ ਸਰਕਾਰ ਦੀਆਂ ਸਹੂਲਤਾਂ ਹੀ ਲਾ ਲਈਏ, ਜੇ ਹਸਪਤਾਲ ਦੇ ਵਿੱਚ ਪ੍ਰਾਈਵੇਟ ਰੂਮ ਲੈਂਦਾ ਕੋਈ, ਉਹ ਰੂਮ ਦਾ ਖਰਚਾ ਤਾਂ ਬਹੁਤ ਹੈ, ਪਰ ਅਮੀਰ ਆਦਮੀ ਉਹ ਕਮਰਾ ਲੈ ਸਕਦਾ ਹੈ, ਜਿੰਨੇ ਕੁ ਪੈਸੇ ਨੇ, ਗਰੀਬ ਤਾਂ ਉਹਨੇ ਕਮਰੇ ਦੇ ਪੈਸੇ ਹੀ ਨਹੀਂ ਦੇ ਸਕਦਾ, ਪਰ ਉਹਨੂੰ ਸਬਸਿਡੀ ਹੈ, ਉਹ ਕਮਰਾ ਉਦੋਂ ਉਨੇ ਪੈਸੇ 'ਚ ਚੱਲਦਾ ਨਹੀਂ ਹੈ, ਜਿੰਨੇ ਕੁ ਪੈਸੇ ਉਹ ਤੋਂ ਲਏ ਜਾਂਦੇ ਨੇ ਉਨੇ ਪੈਸੇ 'ਚ ਉਹ ਕਮਰਾ ਨਹੀਂ ਲਿਆ ਜਾ ਸਕਦਾ। ਵੈਸੇ ਇਹਦਾ ਮਤਲਬ ਉਹਨੂੰ ਸਬਸਿਡੀ ਦਿੱਤੀ। ਇੱਦਾਂ ਹੀ ਜਿਹੜੀਆਂ ਵੱਡੀਆਂ AC ਬੱਸਾਂ ਚੱਲਦੀਆਂ ਨੇ,
ਉਹਦੇ ਵਿੱਚ ਜਿੰਨਾ ਕੁ ਕਿਰਾਇਆ ਲਿਆ ਜਾਂਦਾ, ਜਿੰਨੀਆਂ ਸਵਾਰੀਆਂ ਨੇ, ਉਹਦਾ ਖਰਚਾ ਉਦੋਂ ਜ਼ਿਆਦਾ ਪੈਂਦਾ। ਉਹਦਾ ਪਰ ਸਵਾਰੀ ਘੱਟ ਆਮਦਨ ਹੁੰਦੀ ਹੈ ਸਰਕਾਰ ਨੂੰ, ਬੱਸ ਪਰ ਗੇੜਾ। ਤੇ ਜਿਹੜੀ ਦੂਜੀ ਬੱਸ ਹੈ ਸਧਾਰਨ, ਉਹਦੇ ਜਿੰਨੀਆਂ ਸਵਾਰੀਆਂ ਜਾਂਦੀਆਂ ਨੇ, ਉਹਦੀ ਬੱਸ ਦੀ ਜ਼ਿਆਦਾ ਆਮਦਨ ਹੁੰਦੀ ਹੈ। ਪੰਜਾਬ ਰੋਡਵੇਜ਼ ਦੀ ਬੱਸ ਤਾਂ ਸਿੱਧੀ ਸਰਕਾਰ ਦੀ ਹੈ, PRTC ਚਲੋ ਕਾਰਪੋਰੇਸ਼ਨ ਹੈ। ਸੋ ਉਸ ਤਰੀਕੇ ਨਾਲ ਜਦ ਅਸੀਂ ਸਹੂਲਤਾਂ ਦੀ ਗੱਲ ਕਰਦੇ ਹਾਂ ਤੇ ਉਹਦੇ ਪੈਸੇ ਆਉਣ ਦੀ ਗੱਲ ਕਰਦੇ ਹਾਂ, ਤਾਂ ਟੈਕਸ ਜਿਹੜਾ ਕਾਮਨ ਮੈਨ ਉਹ ਕਾਫੀ ਦੇ ਰਿਹਾ ਕਈ ਮਤਲਬ ਚੀਜ਼ਾਂ ਤੇ, ਭਾਵੇਂ ਉਹ ਚੀਜ਼ ਥੋੜ੍ਹੀ ਖਰੀਦਦਾ ਪਰ ਉਹਦਾ ਦੂਜੇ ਨੂੰ ਸਹੂਲਤ ਹੀ ਬਹੁਤ ਜ਼ਿਆਦਾ ਹੈ। ਸੋ ਉਹ ਟੈਕਸ ਦੇ ਕੇ ਅਸੀਂ ਉਹਨੂੰ ਤਾਂ ਸਬਸਿਡੀ, ਹੁਣ ਅਸੀਂ ਉਹ ਟੈਕਸ 'ਚੋਂ ਸਬਸਿਡੀ ਵੀ ਗਾਹਾਂ ਫਰਦਰ ਸ਼ੁਰੂ ਕਰਤੀ। ਜਿਹਨੂੰ ਉਸੇ ਟੈਕਸ ਤੋਂ ਸਾਰੀ ਤਨਖਾਹ ਦੇ ਰਿਹਾ, ਪੈਨਸ਼ਨ ਦੇ ਰਿਹਾ, ਉਹਨੂੰ ਕਹਿੰਦਾ ਮੁਫਤ ਵੀ ਤੈਨੂੰ ਦੇਵਾਂਗੇ। ਨਾਲੇ ਤਾਂ ਉਹ ਲੋਕਾਂ ਨੂੰ ਕਹਿੰਦਾ ਦੇਖੋ ਜੀ ਫ੍ਰੀ ਵੀਜ਼ ਆਪ ਉਹ ਲਈ ਜਾਂਦਾ। ਕਿਹੜਾ ਮੁਲਾਜ਼ਮ ਹੈ ਜਿਹੜਾ ਕਹਿੰਦਾ ਯਾਰ ਸਾਡੀ ਇੰਨੀ ਪੈਨਸ਼ਨ ਨਹੀਂ ਹੋਣੀ ਚਾਹੀਦੀ, ਸਾਡੀ ਇੰਨੀ ਤਨਖਾਹ ਨਹੀਂ ਹੋਣੀ ਚਾਹੀਦੀ? ਕਿਹੜਾ MLA ਜਿਹੜਾ ਕਹਿੰਦਾ? ਅੱਜ ਕਰਿਆ ਵੀ ਸੀ, ਪਿੱਛੇ ਆਪਾਂ ਸ਼ਾਇਦ ਪ੍ਰੋਗਰਾਮ ਵੀ ਕਰਿਆ ਸੀ, ਕਿਵੇਂ ਇੱਕ MLA ਜਿਹਦੇ ਕੋਲ ਇੰਨੀ ਆਮਦਨ ਹੈ ਉਹ ਰੋਈ ਜਾਂਦਾ ਸੀ ਵੀ ਮੇਰਾ ਤਾਂ ਜੀ ਬੜਾ ਭੱਠਾ ਵੇ ਜੂ ਜੀ, ਮੈਂ ਤਾਂ ਬਹੁਤ ਗਰੀਬ ਹੋ ਜਾਊਗਾ ਜੀ, ਮੈਂ ਤਾਂ ਫਲਾਣਾ ਖਰਚਾ। ਮਤਲਬ ਕੋਈ ਬੰਦਾ ਆਪਦੇ ਵਾਸਤੇ ਬੈਨੀਫਿਟ ਲੈਣ ਵਾਸਤੇ ਦੂਜਿਆਂ ਦਾ ਕਹਿੰਦੇ, ਮਾਂ ਦਾ ਪੱਜ, ਬੱਚੇ ਦਾ ਪੱਜ ਤੇ ਮਾਂ ਦਾ ਰੱਜ, ਇਹਨਾਂ ਦਾ ਇਹ ਹਾਲ ਹੈ। ਦੂਜੇ ਪਾਸੇ ਟੈਕਸ ਜਿਹੜਾ ਮਨੀ ਲੁਟਾ ਰਹੇ ਨੇ, ਉਹ ਇਹਨਾਂ ਦੀ ਉਹ ਗੱਲ ਹੋਈ ਪਈ ਹੈ ਵੀ ਮਾਂ ਫਿਰੇ ਫੋਸੀ ਪੁੱਤ ਬਖਸ਼ੇ ਗੁਹਾਰੇ, ਤੇ ਉਦਾਂ ਹੀ ਵੰਡੀ ਜਾਓ। ਪੈਸੇ ਕਿੱਥੋਂ ਆਉਣੇ ਨੇ? ਪੈਸੇ ਤਾਂ ਲੋਕਾਂ ਤੋਂ ਹੀ ਆਉਣੇ ਨੇ। ਸੋ ਲੋਕਾਂ ਦੇ ਪੈਸੇ ਇਕੱਠੇ ਕਰਕੇ ਇਹ ਜਿਹੜਾ 300 ਯੂਨਿਟ ਬਿਜਲੀ ਦੇ ਹਰੇਕ ਨੂੰ ਮੁਫਤ ਦੇਣੇ ਗਲਤ ਹੈ। ਦੂਜਾ, ਇਹਦੇ ਨਾਲ ਵੇਸਟੇਜ ਵੀ ਵਧੇਗੀ, ਕਿਉਂਕਿ 300 ਤੱਕ ਤਾਂ ਮੁਫਤ ਹੈਗੀ ਹੋਈ ਆ। ਜਿਹੜੇ ਤਾਂ ਜ਼ਿਆਦਾ ਜਿਨ੍ਹਾਂ ਦੇ, ਉਹਨਾਂ ਤੋਂ ਫਰਕ ਕੋਈ ਨਹੀਂ ਪੈਂਦਾ, 300 ਵਾਲੇ ਕਿ 500 ਵਾਲੇ ਕਿ 3000 ਵਾਲੇ ਜਾਂ 3100 ਵਾਲੇ, ਉਹਦਾ ਕੋਈ ਫਰਕ ਨਹੀਂ ਪੈਣਾ। ਪਰ ਜਿਹੜੇ ਪਹਿਲਾਂ 200 150 ਤੇ ਸਾਰ ਲੈਂਦੇ ਸੀ, ਉਹ ਕਹਿਣਗੇ 300 ਤੱਕ ਤਾਂ ਮੁਫਤ ਹੈ, ਚੱਲਣ ਤੋਂ, ਹੁਣ ਚੱਲੀ ਜਾਣ ਦੋ। ਉਹ ਵੀ ਇੱਕ ਵੱਡੀ ਡਿਫੀਕਲਟੀ ਆਏਗੀ। ਉਹ ਕਹਿਣਗੇ ਗੈਸ ਤਾਂ ਹੋ ਗਈ ਮਹਿੰਗੀ, 300 ਯੂਨਿਟ ਤੱਕ ਸਸਤਾ ਕੰਮ, ਆਪਾਂ ਹੀਟਰ ਹੀ ਲਾ ਲਿਆ ਕਰੀਏ, ਹੀਟਰ ਤੋਂ ਤੇ ਪਕਾਇਆ ਕਰੀਏ ਸਾਰਾ ਕੁਛ ਹੈ। ਪਾਣੀ ਗੈਸ ਤੇ ਕਾਹਨੂੰ ਗਰਮ ਕਰਨਾ, ਆਪਾਂ ਉਹਦੇ 'ਚ ਰੋਟ ਜੀ ਪਾ ਲਓ, ਇੱਕ ਵਾਰੀ ਪੈਸੇ ਥੋੜ੍ਹੇ ਜਿਹੇ ਲਾ ਦਾਂਗੇ 200 ਰੁਪਈਆ। ਸੋ ਇਹ ਜਿਹੜਾ ਪਾਰਟ ਹੈ, ਇਹ ਪਾਰਟ ਸੋਚਿਆ ਹੀ ਨਹੀਂ ਕਿ ਸਾਡੇ ਬਿਜਲੀ ਦੀ ਕੰਜ਼ੰਪਸ਼ਨ ਬੇਮਤਲਬ ਵੀ ਵੱਧ ਜਾਣੀ ਹੈ, ਵੇਸਟ ਵੀ ਵੱਧ ਜਾਣੀ ਹੈ, ਤੇ ਬਿਜਲੀ ਸਾਡੇ ਕੋਲ ਹੈ ਨਹੀਂ, ਕੋਲਾ ਸਾਨੂੰ ਮਿਲ ਨਹੀਂ ਰਿਹਾ। ਕੇਂਦਰ ਸਾਨੂੰ ਪੂਲ 'ਚੋਂ ਬਿਜਲੀ ਦੇਣ ਨੂੰ ਤਿਆਰ ਨਹੀਂ, ਮੰਗੀ ਸੀਗੀ ਉਹਨਾਂ ਨੇ, ਸਾਨੂੰ ਦਿੱਤੀ ਨਹੀਂ, ਹਰਿਆਣੇ ਨੂੰ ਚੱਕ ਕੇ ਦੇਤੀ। ਸੋ ਇਹ ਜਦ ਅਸੀਂ ਇਹੋ ਜਿਹੀਆਂ ਗੱਲਾਂ, ਇਹ ਫੈਸਲੇ ਲੈਂਦੇ ਹਾਂ, ਇਹ ਉਹੋ ਜਿਹੇ ਫੈਸਲੇ ਨੇ ਜਿਵੇਂ ਕਿਸੇ ਜਵਾਕ ਨੂੰ ਚੁੱਪ ਕਰਾਉਣ ਵਾਸਤੇ ਨਾ ਬਾਪ ਜ਼ਮੀਨ ਤਾਂ ਵੇਚੀ ਜਾਂਦਾ ਤੇ ਨਾਲ ਉਹਨੂੰ ਕਹਿੰਦਾ ਵੀ ਤੈਨੂੰ ਆਹ ਡਮਰੂ ਲੈ ਕੇ ਦੇਤਾ। ਉਹ ਖੁਸ਼ ਆ ਵੀ ਮੈਨੂੰ ਡਮਰੂ ਲੈ ਕੇ ਦਿੱਤਾ ਬਾਪੂ ਨੇ, ਉਹ ਦੂਜੇ ਨੂੰ ਚੁੱਪ ਕਰਾਉਣ ਤੇ ਲੱਗ ਜਾਂਦਾ। ਸੋ ਇਸ ਕਰਕੇ ਜਿਹੜੇ ਇਹ ਨੇ, ਇਹ ਸਾਰੇ ਕੁਛ ਇਹ ਕਰ ਰਹੇ ਨੇ, ਇਹ ਗਲਤ ਹੈ, ਇਹ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ। ਡਿਫਰੈਂਸ਼ੀਅਲ ਸਬਸਿਡੀ ਹੋਣੀ ਚਾਹੀਦੀ ਹੈ। ਇਹਨੂੰ ਫ੍ਰੀ ਵੀ ਕਹਿਣ ਦੀ ਬਜਾਏ ਇਹ ਕਹਿਣਾ ਚਾਹੀਦਾ ਕਿ ਜਿਹੜੇ ਗਰੀਬ ਨੇ ਉਹਨਾਂ ਨੂੰ ਸਹਾਰੇ ਦੀ ਲੋੜ ਹੈ। ਜਿਵੇਂ ਆਪਾਂ ਬਿਮਾਰ ਹੁੰਦਾ ਘਰ 'ਚ, ਉਹਨੂੰ ਅਸੀਂ ਦੁੱਧ ਦਿੰਦੇ ਹਾਂ, ਫਲ ਦਿੰਦੇ ਹਾਂ। ਹੁਣ ਸਾਰਿਆਂ ਨੂੰ ਥੋੜ੍ਹਾ ਜ਼ਰੂਰੀ ਹੈ ਵੀ ਫਲ ਰੋਜ਼ ਖਿਲਾਏ ਜਾਣਗੇ, ਹਰੇਕ ਘਰ ਖਿਲਾ ਹੀ ਨਹੀਂ ਸਕਦਾ। ਪਰ ਜਦ ਬੰਦਾ ਬਿਮਾਰ ਹੁੰਦਾ ਉਹਨੂੰ ਤਾਂ ਆਪਾਂ ਲੈ ਕੇ ਦਿੰਦੇ ਹੀ ਆ ਨਾ, ਦਵਾਈ ਵੀ ਦਿੰਦੇ ਹਾਂ, ਦੁੱਧ ਵੀ ਦਿੰਦੇ ਹਾਂ, ਫਲ ਵੀ ਦਿੰਦੇ ਹਾਂ, ਖੁਰਾਕ ਵੀ ਉਹਨੂੰ ਜਿਹੀ ਡਾਕਟਰ ਕਹਿੰਦੇ ਨੇ ਉਹੀ ਜੀ ਦਿੰਦੇ ਹਾਂ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਉਹਨੂੰ ਦੇਣੀ ਨਹੀਂ, ਜੇ ਦੇਣੀ ਹੈ ਤਾਂ ਸਭ ਨੂੰ ਦੇਣੀ ਹੈ। ਇਹ ਤਾਂ ਅੱਗੇ ਤਾਂ ਲੋਕ ਇੰਨੇ ਸਿਆਣੇ ਸੀ, ਘਰ 'ਚ ਕੋਈ ਪ੍ਰਾਹੁਣਾ ਪਹੀ ਆ ਜਾਂਦਾ, ਜੇ ਖੀਰ ਬਣਾਈ ਹੈ ਤਾਂ ਉਹਨੂੰ ਤਾਂ ਪੂਰੀ ਰੱਜ ਕੇ ਦਿੰਦੇ ਸੀ, ਦੂਜੇ ਨੂੰ ਕਹਿੰਦੇ ਚੱਲ ਤੁਸੀਂ ਵੀ ਮਾੜਾ ਮਾੜਾ ਖਾ ਕੇ ਬਸ ਅੱਜ ਸਵਾਦ ਹੀ ਦੇਖ ਲਓ, ਇਹ ਸਾਰਿਆਂ ਵਾਸਤੇ ਨਹੀਂ ਬਣਾਈ। ਜਾਣੀ ਕਿ ਕਿਉਂਕਿ ਉਹਨੂੰ ਪਤਾ ਵੀ ਇਹਨਾਂ ਨੂੰ ਲੋੜ ਨਹੀਂ ਹੈ, ਪ੍ਰਾਹੁਣੇ ਵਾਸਤੇ, ਪ੍ਰਾਹੁਣੇ ਪਹੀ ਵਾਸਤੇ ਲੋੜ ਹੈ ਇਸ ਖੀਰ ਦੀ। ਸੋ ਇਹ ਜਿਹੜਾ ਸਾਡਾ ਸਮਝ ਸੀਗੀ ਆਮ ਲੋਕਾਂ ਦੀ, ਜਿਨ੍ਹਾਂ ਨੂੰ ਇਹ ਅਨਪੜ੍ਹ ਕਹਿੰਦੇ ਨੇ, ਜਿਨ੍ਹਾਂ ਨੂੰ ਕਹਿੰਦੇ ਇਹਨਾਂ ਨੂੰ ਅਕਲ ਨਹੀਂ, ਉਹਨਾਂ ਨੂੰ ਅਕਲ ਸੀਗੀ ਵੀ ਕਿਹਨੂੰ ਕੀ ਦੇਣਾ। ਜਿਹੜਾ ਬੱਚਾ ਭੁੱਖਾ ਹੁੰਦਾ ਉਹਨੂੰ ਰੋਟੀ ਦੇ ਦਿੰਦੇ, ਤੇ ਜਿਹੜਾ ਰੱਜਿਆ ਹੁੰਦਾ ਉਹਨੂੰ ਕਹਿੰਦੇ ਚੱਲ ਕੋਈ ਨਹੀਂ, ਤੂੰ ਤਾਂ ਸਵੇਰੇ ਖਾ ਲਈ ਸੀ, ਹੁਣ ਇੱਕੋ ਡੰਗ ਦੀ ਇਹਨੂੰ ਪਹਿਲਾਂ ਇਹਨੂੰ ਖਿਲਾ ਦਈਏ, ਇਹਨੇ ਸਵੇਰ ਦੀ ਨਹੀਂ ਖਾਧੀ। ਇੱਦਾਂ ਹੀ ਕੰਮ ਦੇ ਮਾਮਲੇ 'ਚ ਸੀ। ਸੋ ਅਸੀਂ ਤਾਂ ਜਿਹੜੀ ਆਮ ਅਨਪੜ੍ਹਾਂ ਵਾਲੀ, ਆਮ ਪੇਂਡੂ ਲੋਕਾਂ ਦੀ ਸਮਝ ਸੀ, ਅਸੀਂ ਤਾਂ ਉਦੋਂ ਵੀ ਥੱਲੇ ਚਲੇ ਗਏ। ਅਸੀਂ ਕਹਿੰਦੇ ਅਸੀਂ ਬੜੇ ਪੜ੍ਹੇ ਲਿਖੇ ਹਾਂ। ਸੋ ਇਹ ਮੈਨੂੰ ਐਂ ਲੱਗਦਾ ਦੂਜੀਆਂ ਸਰਕਾਰਾਂ ਵੀ, ਕਿਉਂਕਿ ਉੱਥੇ ਚੋਣਾਂ ਆ ਰਹੀਆਂ ਨੇ, ਉਹ ਕਹਿੰਦੇ ਆਪਾਂ ਵੀ ਇਹ ਬਹਾਨਾ ਲਾ ਦਿਓ, ਆਪਾਂ ਨੂੰ ਕੀ ਹੈ, ਤੁਹਾਡਾ ਸਿਰ ਤੇ ਤੁਹਾਡੀਆਂ ਹੀ ਲੱਤਾਂ, ਤੁਹਾਡਾ ਸਿਰ ਤੁਹਾਡੀਆਂ ਜੁੱਤੀਆਂ, ਉਹ ਗੱਲ ਇਹਨਾਂ ਨੇ ਕਰੀ ਹੋਈ ਹੈ। ਡਾਕਟਰ ਸਾਹਿਬ, ਇੱਕ ਇਹਦੇ ਵਿੱਚ ਇਹ ਆ ਕਿ ਲੋਕ ਬੜੇ ਤਰ੍ਹਾਂ ਦੇ, ਇਹਦੇ ਤੇ ਜਿਵੇਂ ਆਪਾਂ ਚਰਚਾ ਕਰ ਰਹੇ ਹਾਂ ਤਾਂ ਲੋਕਾਂ ਦੇ ਬੜੇ ਤਰ੍ਹਾਂ ਦੇ ਸਵਾਲ ਹੋਣਗੇ। ਲੋਕਾਂ ਨੇ, ਕਿਸੇ ਨੇ ਕਹਿ ਦੇਣਾ, ਕਿਉਂਕਿ ਜੇ ਮੇਰੇ ਮਨ ਵਿੱਚ ਆ ਰਿਹਾ ਤਾਂ ਹਰੇਕ ਦੇ ਮਨ ਵਿੱਚ ਆਊਗਾ, ਉਹਨਾਂ ਨੇ ਕਹਿ ਦੇਣਾ ਕਿ ਸਰਕਾਰ ਨੇ ਦੇਣਾ, ਜਿੱਥੋਂ ਮਰਜ਼ੀ ਦਵੇ, ਸਾਨੂੰ ਤਾਂ ਫ੍ਰੀ ਸਹੂਲਤਾਂ ਚਾਹੀਦੀਆਂ, ਸਾਨੂੰ ਇਹਨਾਂ ਨੇ ਕਿਹਾ ਸੀ ਤੇ ਅਸੀਂ ਹੁਣ ਲੈ ਲੈਣੀਆਂ। ਦੂਜੀ ਗੱਲ ਇਹ ਆ ਕਿ ਇੱਕ ਤਾਂ ਇਹਨਾਂ ਨੇ 2-3 ਮਹੀਨਿਆਂ ਦਾ ਟਾਈਮ ਲਿਆ, ਜੁਲਾਈ ਦੇ ਵਿੱਚ ਸ਼ੁਰੂ ਕਰਨਾ, ਤੇ ਉਧਰੋਂ ਝੋਨੇ ਦਾ ਸੀਜ਼ਨ ਆ ਰਿਹਾ, ਬਿਜਲੀ ਦੀ ਮੰਗ ਹੋਰ ਵੱਧ ਜਾਣੀ ਹੈ ਪੰਜਾਬ ਦੇ ਵਿੱਚ, ਗਰਮੀ ਅੱਗੋਂ ਬਹੁਤ ਪੈ ਰਹੀ ਹੈ। ਇਹਨਾਂ ਸਾਰਿਆਂ ਨੂੰ ਸਰਕਾਰ ਦਾ ਵੀ ਇਹ ਤਰਕ ਆ ਜਾਣਾ, ਸਰਕਾਰ ਨੇ ਕਹਿਣਾ ਅਸੀਂ ਕੁਝ ਨਾ ਕੁਝ ਤਾਂ ਸੋਚਿਆ ਹੀ ਹੋਇਆ, ਅਸੀਂ ਘਾਟਾ ਵਾਧਾ ਪੂਰਾ ਕਰ ਲਵਾਂਗੇ। ਪਰ ਇਹ ਕਰਨਾ ਕਿੱਥੋਂ ਹੈ, ਇਹ ਸ਼ਾਇਦ ਨਾ ਦੱਸਿਆ ਜਾਏ, ਤੇ ਆਮ ਬੰਦੇ ਨੂੰ ਪਤਾ ਵੀ ਨਹੀਂ ਲੱਗਣਾ ਕਿ ਉਹਦੀ ਜੇਬ ਤੇ ਕਦੋਂ ਘਾਟ ਵੱਜ ਗਈ।
ਦੇਖੋ ਸੁਖਵਿੰਦਰ ਜੀ, ਤੁਸੀਂ ਇਹ ਬਿਲਕੁਲ ਸਹੀ ਕਿਹਾ। ਇਹ ਇਕੱਲਾ ਤੁਹਾਡੇ ਮਨ ਦੇ ਸਵਾਲ ਹੀ ਨਹੀਂ, ਸਾਰੇ ਲੋਕਾਂ ਦੇ, ਬਹੁਤਿਆਂ ਦੇ ਸਵਾਲ ਹੁੰਦੇ ਨੇ ਮਨ ਦੇ। ਪਹਿਲੀ ਗੱਲ ਤਾਂ ਇਹ ਹੈ ਵੀ ਜਦ ਅਸੀਂ ਇਹਨਾਂ ਨੇ ਸਮਾਜ ਇਹੋ ਜਿਹਾ ਬਣਾਤਾ, ਜਿਹੜਾ ਸਮਾਜ ਮੰਗਤਾ ਬਣ ਗਿਆ। ਜਿਹੜਾ ਤੁਸੀਂ ਕਹਿੰਦੇ ਹੋ ਵੀ ਅਸੀਂ ਕੀ ਲੈਣ, ਤੁਸੀਂ ਕੀ ਲੈਣਾ, ਜਿੱਥੋਂ ਮਰਜ਼ੀ ਲਿਆਓ ਸਾਨੂੰ ਦਿਓ, ਹੈਂ। ਇਹ ਨਾ ਪਹਿਲਾਂ ਮੁਲਾਜ਼ਮ ਨਾਰਾ ਲਾਉਂਦੇ ਹੁੰਦੇ ਵੀ ਹਮਾਰੀ ਮੰਗੇ ਪੂਰੀ, ਹਮਾਰੀ ਮੰਗੇ ਪੂਰੀ ਹੋ ਚਾਹੇ ਕੋਈ ਵੀ ਮਜਬੂਰੀ ਹੋ। ਇਹ ਜਿਹੜੀ ਕੋਈ ਵੀ ਮਜਬੂਰੀ ਹੋ ਵਾਲੀ ਗੱਲ ਜਦ ਕਹਿਣ ਲੱਗ ਗਿਆ ਪੜ੍ਹਿਆ ਲਿਖਿਆ ਬੰਦਾ, ਇਹ ਅੱਜ ਦੀ ਨਹੀਂ, ਅੱਜ ਤੋਂ 30 ਸਾਲ ਪਹਿਲਾਂ ਦਾ ਨਾਰਾ ਲੱਗਦਾ ਵੀ ਜੋ ਮਰਜ਼ੀ ਹੋਵੇ ਸਾਡੀਆਂ ਤੈਅ ਲੈ ਕੇ ਦਿਓ। ਇਹ ਉਹੀ ਜਿਹੀ ਗੱਲ ਹੈ, ਘਰ 'ਚ ਜਵਾਕ ਕਹੇ ਵੀ ਮੈਨੂੰ ਤਾਂ ਚਾਹੀਦਾ, ਮੈਨੂੰ ਮੋਟਰਸਾਈਕਲ ਲੈ ਕੇ ਦਿਓ, ਭਾਵੇਂ ਤੁਸੀਂ ਘਰੇ ਭੁੱਖੇ ਬੈਠੇ ਰਹੋ। ਇੱਕ ਤਾਂ ਇਹ ਵੈਸੀ ਨੇਚਰ ਗਲਤ ਹੈ, ਇਹ ਇਨਸਾਫ ਵਾਲੀ ਨਹੀਂ, ਇਹ ਨਾ ਤਰਕ ਵਾਲੀ ਹੈ ਨਾ ਨਿਆਂ ਵਾਲੀ ਹੈ। ਇਹ ਹੈਗੀ ਹੈ ਜਿਹੜੀ ਖੁਦਗਰਜ਼ੀ ਦੀ ਹੈ, ਵੀ ਮੇਰਾ ਕੰਮ ਹੋਣਾ ਚਾਹੀਦਾ ਜੋ ਮਰਜ਼ੀ ਹੋ ਜੇ। ਔਰ ਇਹਦੇ 'ਚ ਖੁਦਗਰਜ਼ੀ 'ਚ ਇਹ ਵੀ ਹੈ ਵੀ ਉਹ ਅਗਲਾ ਇਹ ਨਹੀਂ ਦੇਖਦਾ ਵੀ ਪੂਰੀ ਨੇਸ਼ਨ ਦਾ ਨੁਕਸਾਨ ਕੀ ਹੋ ਰਿਹਾ ਹੈ ਜਾਂ ਸੂਬੇ ਦਾ ਨੁਕਸਾਨ ਕੀ ਹੋ ਰਿਹਾ। ਉਹ ਕਹਿੰਦਾ ਮੇਰਾ ਪੂਰਾ ਹੋਣਾ ਚਾਹੀਦਾ। ਇਹੀ ਤਾਂ ਸਰਕਾਰ 'ਚ ਹੋ ਗਿਆ। ਕੀ ਹੈ, ਚੋਰੀ ਕਰ ਲਓ, ਉਹ ਕਹਿੰਦਾ ਮੇਰੀ ਚੋਰੀ ਪੂਰੀ ਹੋਵੇ ਭਾਵੇਂ ਸਤਲੁਜ ਹੋਣ। ਕੱਲ੍ਹ ਨੂੰ ਆ ਪਿੱਛੇ ਜਿਹੜੀ ਖਨਨ ਹੋ ਰਿਹਾ ਸੀ ਰੇਤੇ ਦਾ, ਭਾਵੇਂ ਕਿ ਕਾਂਗਰਸ ਦੀ ਪੂਰੀ ਕੇਂਦਰੀ ਕਮੇਟੀ ਨੇ ਕਹਿਤਾ ਵੀ ਇਹ ਧੱਕਾ ਹੈ, ਪਰ ਖਨਨ ਤਾਂ ਪੁੱਲ ਦੇ ਐਨ ਜਿਹੜੇ ਉੱਥੇ ਪਿੱਲਰ ਲੱਗੇ ਹੋਏ ਨੇ ਉਹਨਾਂ ਦੇ ਥੱਲਿਓਂ ਹੋ ਰਿਹਾ ਸੀ, ਭਾਵੇਂ ਕੱਲ੍ਹ ਨੂੰ ਪੁੱਲ ਹੀ ਬਹਿ ਜੇ, ਉਹਨੂੰ ਕੀ ਫਰਕ ਪੈਂਦਾ। ਉਹ ਕਹਿੰਦਾ ਆਪਾਂ ਆਪਦੇ ਪੈਸੇ ਬਣਾ ਰਹੇ ਆਪਣੇ, ਭਾਵੇਂ ਆ ਨਸ਼ੇ ਜਿਹੜੇ ਵੇਚਦੇ ਨੇ ਉਹ ਵਿੱਚ ਜ਼ਹਿਰ ਵੇਚਦੇ ਨੇ, ਉਹ ਕਹਿੰਦੇ ਆਪਾਂ ਨੇ ਕੀ ਲੈਣਾ। ਜਿਹੜਾ ਭੋਜਨ ਵੇਚਦੇ ਨੇ ਮਿਲਿਆ ਮਿਲਾਵਟ ਵਾਲਾ, ਮਿਨੋਰਟੀ ਦੁੱਧ ਵੇਚਦੇ ਨੇ, ਉਹ ਕਹਿੰਦਾ ਆਪਣੇ ਪੈਸੇ ਬਣਦੇ ਨੇ, ਆਪਾਂ ਨੇ ਕੀ ਲੈਣਾ। ਸੋ ਅਸੀਂ ਇਹ ਤੌਰ ਤਰੀਕਾ, ਜਿਹੜੀ ਸੋਚ ਤੁਸੀਂ ਕਹੀ ਹੈ ਹੈਗੀ ਹੈ, ਪਰ ਇਹ ਸੋਚ ਅਸੀਂ ਪਿਛਲੇ 30 ਸਾਲ 'ਚ ਪੈਦਾ ਕਰੀ ਹੈ। ਮੈਂ ਉਹ ਪੀਰੀਅਡ ਦੇਖਿਆ ਹੈ, ਕਿਉਂਕਿ ਤੁਹਾਡੀ ਉਮਰ ਮੇਰੇ ਨਾਲੋਂ ਬਹੁਤ ਘੱਟ ਹੈ, ਜਿਹੜੇ ਪੀਰੀਅਡ ਦੇ ਵਿੱਚ ਜਦ ਕਿਸੇ ਨੂੰ ਫ੍ਰੀ ਦਿੱਤਾ ਜਾਂਦਾ ਉਹ ਕਹਿੰਦਾ ਨਾ ਜੀ ਸਾਡੇ ਤਾਂ ਬਥੇਰਾ ਰੱਬ ਦਾ ਦਿੱਤਾ, ਸਾਨੂੰ ਨਾ ਦਿਓ, ਆਹ ਗਰੀਬ ਨੂੰ ਦੇ ਦਿਓ। ਇਹ ਮੈਂ ਆਪ ਦੇਖਿਆ। ਸਕੂਲਾਂ 'ਚ ਫੀਸ ਮਾਫ ਦੀ ਗੱਲ ਆਉਂਦੀ ਤਾਂ ਜਿਹੜੇ ਅਮੀਰ ਉਹ ਕਹਿੰਦੇ ਨਾ ਜੀ ਸਾਡੀ ਨਾ ਮਾਫ ਕਰਿਓ, ਇਹ ਦੂਜਿਆਂ ਦੀ ਕਰ ਦਿਓ ਜਿਹਦੀ ਕਰੀ ਜਾ ਸਕਦੀ ਹੈ। ਇਹ ਲੋਕਾਂ 'ਚ ਸੀਗਾ ਸਬਰ ਸੰਤੋਖ, ਵੀ ਜਿਹਦੇ ਕੋਲ ਹੈਗਾ ਉਹ ਕਹਿੰਦਾ ਕੋਈ ਨਹੀਂ ਸਾਨੂੰ ਰੱਬ ਦਾ ਦਿੱਤਾ ਬਥੇਰਾ ਅਸੀਂ। ਪਰ ਹੁਣ ਅਸੀਂ ਕੀ ਕਰਦਾ ਪਿਛਲੇ 30 ਸਾਲ ਤਾਂ ਬਾਦਲ ਸਾਹਿਬ ਹੋਰੀ ਜਿਹਨਾਂ ਕੋਲ ਸਭ ਤੋਂ ਜ਼ਿਆਦਾ, ਉਹ ਸਬਸਿਡੀ ਵੀ ਸਭ ਤੋਂ ਜ਼ਿਆਦਾ ਲੈਂਦੇ, ਪੈਨਸ਼ਨਾਂ ਵੀ, ਇਲਾਜ 'ਤੇ ਪੈਸਾ ਵੀ, ਸਾਰਾ ਕੁਝ ਉਹ ਲੈਣ ਲੱਗੇ, ਕਹਿੰਦੇ ਸਾਡਾ ਹੱਕ ਹੈ। ਹੁਣ ਜੇ ਐਡੇ ਐਡੇ ਕੈਪਟਨ ਸਾਹਿਬ, ਬਾਦਲ ਸਾਹਿਬ, ਜਿਨ੍ਹਾਂ ਕੋਲੇ ਪੈਸੇ ਦਾ ਕੋਈ ਅੰਤ ਹੀ ਨਹੀਂ, ਉਹ ਬਾਹਰ ਇਲਾਜ ਕਰਾ ਕੇ ਵੀ ਪੈਸੇ ਸਾਰੇ ਲੈ ਰਹੇ ਨੇ, ਉਹ ਆਪਣਾ ਜਾਣ ਆਉਣ ਦਾ ਵੀ ਸਭ ਕੁਝ ਮੁਫਤ ਲੈ ਰਹੇ ਨੇ, ਉਹ ਆਪਣਾ ਪੈਨਸ਼ਨਾਂ ਤਨਖਾਹਾਂ, ਹੁਣ ਬਾਦਲ ਸਾਹਿਬ ਨੇ ਆ ਕੇ ਪੈਨਸ਼ਨ ਛੱਡੀ ਹੈ, ਇੰਨੀਆਂ ਤਨਖਾਹਾਂ ਵੀ ਲੈ ਰਹੇ ਸੀ, ਇੰਨੀਆਂ ਸਬਸਿਡੀਆਂ ਵੀ ਲੈ ਰਹੇ ਸੀ। ਤੇ ਫਿਰ ਆਪਾਂ ਕਿਹਨੂੰ ਦੂਜੇ ਨੂੰ ਕੀ ਕਹਾਂਗੇ। ਜੇ ਸਾਡੀ ਕੰਟੀਨ ਦੇ, ਪਾਰਲੀਮੈਂਟ ਦੀ ਕੰਟੀਨ ਦੇ ਵਿੱਚ, ਲੋਕ ਸਭਾ ਰਾਜ ਸਭਾ ਦੇ ਵਿੱਚ, ਉੱਥੇ ਇੰਨਾ ਸਸਤਾ ਭੋਜਨ ਦਿੱਤਾ ਜਾ ਰਿਹਾ ਹੈ, ਇੱਥੇ ਚੰਡੀਗੜ੍ਹ ਦੀ ਸੈਕਟਰੀਏਟ 'ਚ ਤੇ ਵਿਧਾਨ ਸਭਾ 'ਚ ਇੰਨਾ ਸਸਤਾ ਦਿੱਤਾ ਜਾ ਰਿਹਾ ਹੈ, ਤੇ ਪਰ ਪੀਜੀਆਈ ਦੇ ਵਿੱਚ ਉਸੇ ਕੰਟੀਨ ਵੱਲੋਂ ਮਹਿੰਗਾ ਦਿੱਤਾ ਜਾ ਰਿਹਾ ਹੈ। ਇਹ ਇਨਸਾਫ ਦੀ ਗੱਲ ਤਾਂ ਹੈ ਨਹੀਂ। ਕਹਿਣ ਨੂੰ ਜਿੰਨਾ ਮਰਜ਼ੀ ਆਪਾਂ ਕਹੀ ਜਾਈਏ, ਕਹਿਣ ਨੂੰ ਤਾਂ ਕੋਈ ਔਖਾ ਕੰਮ ਨਹੀਂ ਹੈ। ਸੋ ਅਸੀਂ ਲੋਕਾਂ ਨੂੰ ਚਾਟ ਇਸ ਤੇ ਲਾਤਾ ਵੀ ਤੂੰ ਆਪਣੀ ਫਸੀ ਨਿਬੇੜ, ਤੈਨੂੰ ਹੋਰ ਨਾਲ ਕੀ, ਕਹਿੰਦਾ ਮੈਨੂੰ ਮਿਲੇ, ਮੈਂ ਲੈਣਾ ਕੀ ਆ, ਜੋ ਮਰਜ਼ੀ ਹੋ ਜੇ। ਇਹ ਜਿਹੜੀ ਆਦਤ ਹੈ, ਇਹ ਅਸੀਂ ਕਿਉਂਕਿ ਇਤਿਹਾਸ ਵੀ ਗਲਤ ਪੜ੍ਹਾ ਰਹੇ ਹਾਂ, ਅਸੀਂ ਇਤਿਹਾਸ ਦੱਸਿਆ ਹੀ ਨਹੀਂ ਵੀ ਭਾਈ ਤਾਰੂ ਸਿੰਘ ਹੋਰਾਂ ਨੇ ਖੋਪੜੀ ਇਸ ਵਾਸਤੇ ਨਹੀਂ ਲਾਈ ਸੀ ਵੀ ਆਪਦੀ ਫਸੀ ਨਿਬੇੜਨੀ ਹੈ, ਉਹ ਦੂਜਿਆਂ ਦੀ ਫਸੀ ਨਿਬੇੜਨ ਵਾਸਤੇ ਸੀਗੇ। ਭਾਈ ਲక్ష్మణ ਸਿੰਘ ਧਾਰੋਵਾਲੀ ਜੀ ਜੰਡ ਨਾ ਬਣ ਕੇ ਸਾੜੇ ਗਏ ਸੀ, ਉਹ ਦੂਜਿਆਂ ਦੀ ਫਸੀ ਨਿਬੇੜਨ ਵਾਸਤੇ ਸੀਗੇ। ਦੋ ਨੌਜਵਾਨ ਪੰਜਾ ਸਾਹਿਬ ਹਸਨ ਅਬਦਾਲ ਦੇ ਸਾਕੇ ਦੇ ਵਿੱਚ ਗੱਡੀ ਥੱਲੇ ਪੈਂਦੇ ਨੇ ਤੇ ਸ਼ਹੀਦ ਹੋ ਜਾਂਦੇ ਨੇ, ਉਹ ਕਿਸੇ ਹੋਰ ਦੀ ਫਸੀ ਬਚਾਉਣ ਵਾਸਤੇ ਸੀ, ਆਪਦੀ ਨਹੀਂ ਸੀ। ਸੋ ਅਸੀਂ ਇਹ ਦੱਸਿਆ ਹੀ ਨਹੀਂ ਕਿ ਭਗਤ ਸਿੰਘ ਹੋਰਾਂ ਨੇ, ਰਾਜਗੁਰੂ ਸੁਖਦੇਵ ਤੇ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਇਹਨਾਂ ਨੇ ਆਪਦੀ ਫਸੀ ਨਹੀਂ ਨਿਬੇੜੀ, ਇਹਨਾਂ ਨੇ ਲੋਕਾਂ ਦੀ ਫਸੀ ਨਿਬੇੜਨ ਵਾਸਤੇ ਲੜਾਈ ਕਰੀ ਹੈ। ਭਗਤ ਪੂਰਨ ਸਿੰਘ ਨੇ ਆਪਦੀ ਫਸੀ ਨਹੀਂ ਨਿਬੇੜੀ, ਲੋਕਾਂ ਦੀ ਫਸੀ ਨਿਬੇੜਨ ਵਾਸਤੇ ਸਾਰਾ ਜੀਵਨ ਲਾਇਆ ਹੈ। ਸੋ ਅਸੀਂ ਇਹ ਗੱਲਾਂ ਕਿਤੇ ਦੱਸਣੀਆਂ ਹੀ ਭੁੱਲ ਗਏ, ਅਸੀਂ ਛੱਡ ਹੀ ਦਿੱਤੀਆਂ ਇਹ ਗੱਲਾਂ, ਤੇ ਅਸੀਂ ਇਸ ਤੇ ਆ ਗਏ ਖੁਦਗਰਜ਼ੀ ਤੇ ਖੁਦਗਰਜ਼ੀ ਕਹੀ ਜੀ ਤੇ ਆ ਗਏ ਜਿਹੜੀ ਸਾਨੂੰ ਵਰਜਿਤ ਹੈ, ਜੀ ਤੇ ਸਾਨੂੰ ਰੋਕਿਆ ਹੈ। ਗੁਰੂ ਸਾਹਿਬ ਨੇ ਕਿਹਾ ਫਿੱਟ ਰਿਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਜੇ ਆਪਦਾ ਹੀ ਪੇਟ ਖਾ ਖਾ ਕੇ ਵਧਾਈ ਜਾਣਾ, ਇਹ ਜਿਹੇ ਜੀਵਨ ਦਾ ਫਾਇਦਾ ਹੀ ਕੀ ਹੈ। ਫਿਰ ਇਸ ਤੋਂ ਅੱਗੇ ਇੱਕ ਹੋਰ ਗੱਲ ਕਹੀ ਹੈ ਜਿਹੜੀ ਤੇ ਅਸੀਂ ਅੱਜ ਪਏ ਹੋਏ ਆਹੀ ਮੁਫਤਾਂ ਲੈ ਕੇ, ਵੀ ਮੁਫਤ ਦਾ ਭੋਜਨ ਖਾ ਲਓ, ਮੁਫਤ ਦਾ ਆਹ ਖਾ ਲਓ, ਹੈਂ, ਤੇ ਭਾਵੇਂ ਸਰੀਰ ਤੰਗੀ ਹੋਈ ਜਾਵੇ ਵੀ ਇੱਥੇ ਦਾਵਤ ਹੈ ਜੀ ਖਾ ਲਓ, ਇਹ ਤਾਂ ਮੁਫਤ ਹੀ ਮਿਲਦੀ ਹੈ। ਤੇ ਉਹਦੇ ਵਾਸਤੇ ਬਾਬੇ ਨੇ ਆਖਿਆ ਸੋ ਖਾਣਾ ਖੁਸ਼ੀ ਖੁਆਰ ਜਿਤ ਖਾਧੇ ਤਨ ਪੀੜੀ ਹੈ ਮਨ ਮੈਂ ਚਲੇ ਵਿਕਾਰ। ਉਹ ਖਾਣਾ ਤਾਂ ਆਹ ਹਾਲਤ ਕਰਦਾ ਸਰੀਰ ਦੀ, ਪਰ ਅਸੀਂ ਬੁੱਧੀ ਸਾਡੀ ਭ੍ਰਿਸ਼ਟ ਹੋ ਗਈ ਆ, ਲੱਗਦਾ ਹੈ ਸਿਆਸਤਦਾਨਾਂ ਨੇ ਕਰਤੀ ਹੈ ਵੀ ਸਾਡਾ ਨੌਜਵਾਨ ਵੀ ਉਸੇ ਰਸਤੇ ਤੁਰੇ ਵੀ ਚੱਲ ਯਾਰ ਕੁਛ ਤਾਂ ਮਿਲ ਜੇ, ਕੁਛ ਤਾਂ ਦੇ ਦਿਓ। ਅਸੀਂ ਉਹਨੂੰ ਮੰਗਤਾ ਜਿਹਾ ਬਣਾਤਾ, ਉਹਦੀ ਅਣਖ ਖਤਮ ਹੀ ਕਰਤੀ। ਇਸੇ ਕਰਕੇ ਬੰਦਾ ਪੰਜਾਬ 'ਚ ਨਹੀਂ ਰਹਿ ਕੇ ਰਾਜੀ। ਚੰਗੇ ਜ਼ਮੀਨਾਂ ਵਾਲੇ ਵੀ ਛੱਡ ਕੇ ਜਾ ਰਹੇ ਨੇ,
ਵੀ ਚੱਲ ਯਾਰ ਬਾਹਰ ਘੱਟੋ ਘੱਟ ਇੰਨੀ ਬੇਇੱਜ਼ਤੀ ਤਾਂ ਨਹੀਂ ਨਾ ਹੁੰਦੀ ਜਿੰਨੀ ਉਰੇ ਕਰਦੇ ਨੇ। ਸੋ ਉਹ ਜਿਹੜੀ ਸਾਡੀ ਅਣਖ ਮਾਰਤੀ, ਸਾਡਾ ਪੰਜਾਬ ਨਾਲ ਜਿਹੜਾ ਪ੍ਰੇਮ ਸੀ ਉਹ ਮਾਰਤਾ, ਸਾਡਾ ਪੰਜਾਬ ਨਾਲ ਤੇ ਉਹ ਮਾਰਤਾ, ਪੰਜਾਬ ਵਾਸਤੇ ਕੁਰਬਾਨੀ ਦੀ ਤਾਂ ਗੱਲ ਹੀ ਛੱਡੋ। ਜਦ ਸਾਡਾ ਸਾਰਾ ਕੁਝ ਖਤਮ ਕਰਤਾ, ਇਹਨੂੰ ਅਸੀਂ ਕਹਿੰਦਾ ਐਲੀਨੇਸ਼ਨ, ਯਾਨੀ ਕਿ ਮਨ ਉਚਾਟ ਹੋ ਗਿਆ ਸਾਡਾ। ਸਾਡਾ ਮਨ ਉਚਾਟ ਹੋ ਗਿਆ ਆਪਣੇ ਦੇਸ਼ ਨਾਲੋਂ, ਆਪਣੇ ਸੂਬੇ ਨਾਲੋਂ, ਆਪਣੇ ਪਰਿਵਾਰ ਨਾਲੋਂ, ਤੇ ਆਪਣੇ ਪਿੰਡ ਨਾਲੋਂ, ਆਪਣੇ ਪਰਿਵਾਰ ਨਾਲੋਂ, ਆਪਣੇ ਰਿਸ਼ਤੇਦਾਰ ਨਾਲੋਂ, ਆਪਣੇ ਘਰ ਨਾਲੋਂ, ਤੇ ਆਪਣੇ ਆਪ ਨਾਲੋਂ ਵੀ। ਇਸੇ ਕਰਕੇ ਖੁਦਕੁਸ਼ੀਆਂ ਵੱਧ ਰਹੀਆਂ ਨੇ, ਇਸੇ ਕਰਕੇ ਨਸ਼ੇ ਹੋ ਰਹੇ ਨੇ ਵੀ ਮੈਂ ਤਾਂ ਯਾਰ ਜੀ ਕੇ ਲੈਣਾ ਹੀ ਕੀ ਹੈ। ਸੋ ਇਹ ਇੱਕ ਪ੍ਰੋਬਲਮ ਹੈ। ਇਹ ਜਿਹੜੇ ਮੁਫਤ ਦੀ ਗੱਲ ਕਹਿੰਦੇ ਵੀ ਆਪਣੀ ਫਸੀ ਨਿਬੇੜ, ਜੇ ਤੁਸੀਂ ਕਿਹਾ ਨਾ ਵੀ ਸਾਨੂੰ ਕੀ ਹੈ ਸਾਨੂੰ ਮਿਲੇ, ਇਹ ਉਸ ਦਾ ਨਤੀਜਾ। ਮਤਲਬ ਇੱਕ ਹੋਰ ਇਹਦੇ ਵਿੱਚ ਗੱਲ ਹੈ ਕਿ ਸਰਕਾਰ ਨੇ ਤਾਂ ਘਾਟਾ ਵਾਧਾ ਚਲੋ ਜਿਵੇਂ ਪੂਰਾ ਕਰਨਾ ਹੈ, ਇਹਨਾਂ ਨੇ 1 ਮਹੀਨੇ ਦਾ ਲੇਖਾ ਜੋਖਾ ਦਿੱਤਾ ਤੇ ਉਹਦੇ ਵਿੱਚ ਇਹ ਨਹੀਂ ਦੱਸਿਆ ਗਿਆ, ਹਾਲਾਂਕਿ ਜਿਹੜੇ ਅਖਬਾਰਾਂ ਦੇ ਪਹਿਲੇ ਪੰਨਿਆਂ ਦੇ ਉੱਤੇ ਇਸ਼ਤਿਹਾਰ ਛਪ ਗਏ ਉਹਦੇ ਤੇ ਲੱਖਾਂ ਰੁਪਇਆ ਖਰਚ ਆ ਗਿਆ ਹੋਣਾ, ਨਾ ਤਾਂ ਇਹ ਦੱਸਿਆ ਗਿਆ ਕਿ ਜ਼ਮੀਨੀ ਪੱਧਰ ਦੇ ਉੱਤੇ ਕਿੰਨੇ ਕੁ ਫੈਸਲੇ ਲਾਗੂ ਹੋਏ। ਐਲਾਨ ਹੀ ਐਲਾਨ ਨਜ਼ਰ ਆਏ ਨੇ, ਉਹਦੇ ਵਿੱਚ ਇੱਕ ਅੱਧਾ ਭਾਵੇਂ ਕੋਈ ਫੈਸਲਾ ਜਿਹੜਾ ਉਹ ਨਜ਼ਰ ਆ ਰਿਹਾ, ਪਰ ਫਿਰ ਵੀ ਲੋਕ ਤਾਂ ਸਵਾਲ ਪੁੱਛਦੇ ਨੇ ਕਿ ਇੰਨੇ ਪੈਸੇ ਲਾਉਣ ਦੀ ਲੋੜ ਕੀ ਸੀ, ਮਹੀਨੇ ਬਾਅਦ ਹੀ ਤੁਸੀਂ ਜਾਂ ਤਾਂ ਇਹ ਦੱਸ ਦਿਓ ਕਿ 1 ਮਹੀਨੇ 'ਚ ਖਜ਼ਾਨੇ 'ਚ ਕਿੰਨਾ ਪੈਸਾ ਕਿਹੜੇ ਮਾਫੀਆ ਤੋਂ ਕਿੰਨਾ ਕਿੰਨਾ ਇਕੱਠਾ ਕੀਤਾ। ਦੇਖੋ, ਇਹ ਸਰਕਾਰ ਨਾ ਉਸੇ ਰਾਹ ਤੁਰੀ ਹੈ ਜਿਸ ਰਾਹ ਤੇ ਚੰਨੀ ਸਰਕਾਰ ਤੁਰ ਪਈ ਸੀ। ਵੀ ਉਹ ਅਖਬਾਰ 'ਚ ਰੋਜ਼ ਹੀ ਇਸ਼ਤਿਹਾਰ ਆ ਰਿਹਾ ਸੀ 2-2 ਪੇਜ ਦਾ, ਵੀ ਆਹ ਵੀ ਕਰਤਾ, ਆਹ ਵੀ ਕਰਤਾ, ਆਹ ਵੀ ਕਰਤਾ, ਤੇ ਚੰਨੀ ਕਰੇ ਮਸਲੇ ਹੱਲ ਦੀ ਗੱਲ ਹੈ। ਉਹ ਹੋਇਆ ਤਾਂ ਕੁਛ ਨਹੀਂ, ਆਪਾਂ ਨੂੰ ਪਤਾ ਹੀ ਹੈ ਜੋ ਕੁਛ ਹੈਗਾ ਸਾਹਮਣੇ। ਜ਼ਮੀਨ ਇਹ ਕੀਤਾ ਸਿਵਾਏ ਬੱਸਾਂ 'ਚ ਔਰਤਾਂ ਦੀ ਜਿਹੜੀ ਟਿਕਟ ਆ ਉਹ ਜ਼ਰੂਰ ਮੁਫਤ ਸੀਗੀ, ਉਹ ਸੱਚੀ ਮੁੱਚੀ ਮੁਫਤ ਹੀ ਚੱਲ ਰਹੀ ਹੈ ਅਜੇ ਤੱਕ ਤਾਂ। ਤੇ ਬਾਕੀਆਂ ਦਾ ਉਹਦੇ ਵਿੱਚ ਵੀ ਮੈਨੂੰ ਲੱਗਦਾ ਸੀ ਵੀ ਉਹ ਮੁਫਤ ਇੱਦਾਂ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਸੀ, ਤੇ ਉਹ ਇਹ ਬੇਮਤਲਬ ਦੀ ਗੱਲ ਹੈ। ਤੁਸੀਂ ਜਿਨ੍ਹਾਂ ਨੂੰ ਲੋੜ ਹੈ, ਜੇ ਬੱਚੇ ਸਕੂਲ ਜਾਂਦੇ ਨੇ, ਕੁੜੀਆਂ ਜਾਂਦੀਆਂ ਨੇ ਕਾਲਜਾਂ 'ਚ, ਉਹਨਾਂ ਨੂੰ ਪਹਿਲਾਂ ਸਸਤਾ ਟਿਕਟ ਹੁੰਦਾ ਸੀ ਜਿਹੜੇ ਕਾਲਜ ਯੂਨੀਵਰਸਿਟੀਆਂ ਵਾਸਤੇ, ਤੇ ਉਹ ਤੁਸੀਂ ਉਹਨਾਂ ਕਰ ਦਿਓ ਸਸਤਾ। ਕੁਛ ਤਾਂ ਮਤਲਬ ਉਹਨੂੰ ਆਏ ਨਾ ਲੱਗੇ ਵੇਸਟੇਜ ਤਾਂ ਨਾ ਹੋਵੇ, ਤੇ ਜਿਹਨੇ ਆਪਦੇ ਕੰਮ ਜਾਣਾ ਉਹੀ ਨਾ ਤੁਰਿਆ ਫਿਰੇ ਵੀ ਕੱਲ ਨੂੰ ਉਹਨੂੰ ਮਿਲਣ ਚੱਲਦਾ ਪਰਸੋਂ ਨੂੰ ਉਹਨੂੰ, ਕਿਉਂਕਿ ਕੰਮ ਤਾਂ ਘਰੇ ਕੋਈ ਕਰਨਾ ਨਹੀਂ ਹੁੰਦਾ ਕਈਆਂ ਨੇ। ਸੋ ਇਹ ਕੋਈ ਤੌਰ ਤਰੀਕਾ ਨਹੀਂ ਸੀ ਜਿਹੜਾ ਉਹਨਾਂ ਨੇ ਕਰਿਆ। ਇੱਕ ਕੋਈ ਕਹੂਗਾ ਨਹੀਂ ਜੀ ਜਿਹੜੇ ਅਮੀਰ ਨੇ ਉਹ ਤਾਂ ਸਧਾਰਨ ਬੱਸ 'ਚ ਹੀ ਨਹੀਂ ਬਹਿੰਦੇ। ਬਈ ਸਧਾਰਨ ਬੱਸ ਦੇ ਵਿੱਚ ਅਮੀਰ ਤਾਂ ਨਹੀਂ ਬਹਿੰਦੇ, ਪਰ ਅਮੀਰਾਂ ਤੋਂ ਥੋੜ੍ਹੇ ਜਿਹੇ ਘੱਟ ਅਮੀਰ ਨੇ ਜਿਹੜੇ ਉਹ ਬਹਿੰਦੇ ਨੇ, ਜਿਨ੍ਹਾਂ ਨੂੰ ਉਹਨਾਂ ਕੋਲ ਪੈਸੇ ਦੇਣ ਨੂੰ ਹੈਗੇ ਨੇ, ਤੇ ਉਹ ਦੇ ਦੇਣ। ਤੇ ਇੱਕ ਤਾਂ ਇਹ ਜਿਹੜਾ ਤੁਸੀਂ ਕਹਿੰਦੇ ਹੋ ਇਹ ਇਹਨਾਂ ਨੇ ਇਸ਼ਤਿਹਾਰਬਾਜ਼ੀ ਜਿਹੜੀ ਹੈ ਉਸੇ ਦੀ ਨਕਲ ਹੈ, ਤੇ ਇਹਨਾਂ ਨੇ ਕੋਈ ਨਵੀਂ ਗੱਲ ਤਾਂ ਕਰੀ ਨਹੀਂ, ਪਰ ਇਹ 1 ਮਹੀਨੇ ਬਾਅਦ ਹੀ ਦੇਣ ਲੱਗ ਗਏ। ਹੁਣ ਤਾਂ ਕੋਈ ਚੋਣਾਂ ਵੀ ਨਹੀਂ ਸਾਹਮਣੇ। ਜੇ ਤੁਸੀਂ ਚੰਗਾ ਕੰਮ ਕਰੇ ਲੋਕਾਂ ਨੂੰ ਪਤਾ ਹੀ ਹੋਊਗਾ, ਲੋਕਾਂ ਨੂੰ ਜਿਹਨੂੰ ਨਰਮੇ ਦਾ ਮਿਲਿਆ ਉਹਨਾਂ ਨੂੰ ਪਤਾ ਨਹੀਂ ਵੀ ਨਰਮੇ ਦਾ ਮਿਲਿਆ। ਤੁਸੀਂ ਇੱਕ ਅਨਾਊਂਸਮੈਂਟ ਕਰੀ ਜਾਓ ਰੋਜ਼, ਤੁਹਾਡੇ ਰੋਜ਼ ਭਾਸ਼ਣ ਹੋਈ ਜਾਂਦੇ ਨੇ, ਅਖਬਾਰ ਦਾ ਇਸ਼ਤਿਹਾਰ ਤਾਂ ਪਤਾ ਨਹੀਂ ਕਿੰਨੇ ਕੁ ਪੜ੍ਹਦੇ ਨੇ, ਇਹ ਤਾਂ ਪੈਸੇ ਹੀ ਵੇਸਟ ਨੇ। ਤੇ ਦੂਜਾ ਪਾਸਾ ਜਿਹੜਾ ਮੈਂ ਹੋਰ ਵੀ ਗੱਲ ਕਹਿਣ ਨੂੰ ਤਿਆਰ ਹਾਂ, ਜਿਹੜੇ ਤੁਸੀਂ ਕਹਿੰਦੇ ਫਸੀ ਨਵੇੜ, ਪਿਛਲੇ ਬਜਟ ਦੇ ਵਿੱਚ ਇਹਨਾਂ ਨੇ ਲਿਖਿਆ ਸੀ ਕਿ ਅਸੀਂ 33,000 ਕੇ 37,000 ਕਰੋੜ ਕਰਜ਼ਾ ਲਵਾਂਗੇ। ਉਹ ਕਰਜ਼ਾ ਤਾਂ ਕੀ 50,000 ਕਰੋੜ ਲੈਣਾ ਪੈਣਾ, ਤੇ ਆ ਭਗਵੰਤ ਮਾਨ ਨੇ ਕਿਹਾ ਹੀ ਹੈ ਵੀ 50,000 ਕਰੋੜ ਸਾਨੂੰ 2 ਸਾਲ ਦਿਓ। ਉਹ ਕਰਜ਼ੇ ਦੇ ਵਾਸਤੇ ਹੀ ਹੈ ਵੀ ਉਹ ਘੱਟੋ ਘੱਟ ਕਰਜ਼ਾ ਨਾ ਸਾਨੂੰ ਹੋਰ ਲੈਣਾ ਪਵੇ। ਤੇ ਜਦ ਤੁਸੀਂ ਇਹ ਸਭ ਕੁਝ ਦਿਓਗੇ ਤੇ ਤੁਹਾਡੇ ਕੋਲ ਰੈਵਨਿਊ ਆਊ ਕਿੱਥੋਂ, ਪੈਸਾ ਕਿੱਥੋਂ ਆਊਗਾ? ਪੈਸਾ ਤਾਂ ਜਿਹੜਾ ਮਾੜਾ ਮੋਟਾ ਬਿਜਲੀ ਦੇ 300 ਯੂਨਿਟਾਂ ਚੋਂ ਕੁਝ ਬੰਦਿਆਂ ਨੂੰ ਤਾਂ ਮਤਲਬ ਪੈਸੇ ਆਉਣੇ ਹੀ ਸੀਗੇ, ਕਈਆਂ ਤੋਂ ਤਾਂ ਜਿਹੜਾ ਉਹਦੇ ਤੇ ਲੱਗਦਾ ਟੈਕਸ ਉਹ ਤਾਂ ਸਰਕਾਰ ਦੇ ਖਜ਼ਾਨੇ 'ਚ ਹੀ ਆਉਣਾ ਸੀ, ਉਹ ਤੁਸੀਂ ਬੰਦ ਕਰਤਾ। ਤੁਸੀਂ ਜਿਹੜਾ ਬੱਸਾਂ ਦਾ ਟਿਕਟ ਸੀਗਾ, ਜਿਹੜੇ ਕੁਝ ਬੰਦਿਆਂ ਤੋਂ ਤਾਂ ਉਹ ਟਿਕਟ ਦੇ ਪੈਸੇ ਆਉਣੇ ਸੀਗੇ, ਉਹਦੇ ਉੱਤੇ ਤੀਜਾ ਹਿੱਸਾ ਟੈਕਸ ਹੈ, ਪੈਸੇਂਜਰ ਟੈਕਸ ਹੈ, ਤੇ ਉਹ ਪੈਸੇਂਜਰ ਟੈਕਸ ਤਾਂ ਤੁਹਾਨੂੰ ਆਉਣਾ ਹੀ ਸੀ, ਤੁਸੀਂ ਉਹ ਵੀ ਬੰਦ ਕਰਤਾ। ਤੁਸੀਂ ਆਮਦਨ ਦੇ ਜਿਹੜੇ ਤੁਹਾਡੇ ਸਰੋਤ ਸੀ ਉਹਨਾਂ ਨੂੰ ਤਾਂ ਬੰਦ ਕਰੀ ਜਾਂਦੇ ਹੋ। ਔਰ ਦੂਜੇ ਪਾਸੇ ਕੀ ਹੋ ਰਿਹਾ ਹੈ? ਦੂਜੇ ਪਾਸੇ ਇਹ ਹੋ ਰਿਹਾ ਵੀ ਕਿਤਾਬਾਂ ਨਹੀਂ ਅਜੇ ਤੱਕ ਬੱਚਿਆਂ ਨੂੰ ਦਿੱਤੀਆਂ, ਨਾ ਦਿੱਤੀਆਂ ਜਾਣ 6 ਮਹੀਨੇ, ਤੇ ਉਹ ਜਿਹੜੀਆਂ ਕਿਤਾਬਾਂ ਜਿਹੜੀਆਂ ਜ਼ਰੂਰੀ ਸੀਗੀਆਂ ਪੜ੍ਹਾਈ ਵਾਸਤੇ ਉਹ ਤਾਂ ਦਿੱਤੀਆਂ ਨਹੀਂ ਤੁਸੀਂ, ਕੋਈ ਪ੍ਰਬੰਧ ਨਹੀਂ ਕਰਿਆ। ਤੁਸੀਂ ਕਹੋਗੇ ਜੀ ਅਸੀਂ ਤਾਂ ਹੁਣ ਆਏ ਹਾਂ, ਮੰਨ ਲਿਆ ਤੁਸੀਂ ਹੁਣ ਆਏ ਹੋ, ਤੁਸੀਂ ਹੁਣ ਆ ਕੇ ਮਹੀਨੇ 'ਚ ਕਿਤਾਬਾਂ ਤਾਂ ਛਪ ਸਕਦੀਆਂ ਸੀ। ਤੁਸੀਂ ਹੁਣ ਆ ਕੇ ਕਿਹੜੀ ਤੇਜ਼ੀ ਫੜੀ ਆ ਵੀ ਭਾਈ ਚਲੋ ਛੇਤੀ ਛਾਪ ਕੇ ਹੋਣੀ ਦਿਓ, ਤੁਸੀਂ ਤਾਂ ਉਹ ਵੀ ਤੇਜ਼ੀ ਨਹੀਂ ਫੜੀ। ਸੋ ਜਿਹੜੇ ਕੰਮ ਦੇ ਉੱਤੇ ਲੋੜ ਸੀ ਉਹ ਕੰਮ ਤੁਸੀਂ ਕਰ ਨਹੀਂ ਗਏ ਰਹੇ। ਅਸੀਂ ਬਚਪਨ ਸੁਣਦੇ ਹੋਏ ਵੀ ਮੈਂ ਪੂਰਾ ਨਹੀਂ ਕਹਾਂਗਾ, ਕਹਿੰਦਾ ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਰਿਹਾ ਤੇ ਡਿੱਦ ਚੱਕਣੀ ਪਈ। ਇਹ ਸਾਡਾ ਹਾਲ ਹੈ। ਡਾਕਟਰ ਸਾਹਿਬ, ਮੈਂ ਅਖੀਰ ਦੇ ਵਿੱਚ ਇੱਕ ਸਵਾਲ ਜਿਹੜਾ ਇਹਦੇ ਨਾਲ ਹੀ ਜੁੜਦਾ ਆ ਕਿ ਇਹ ਸਾਰਾ ਕੁਝ ਇਹਨਾਂ ਨੇ ਕਰ ਦਿੱਤਾ, ਜਿੱਥੋਂ ਮਾੜਾ ਮੋਟਾ ਬਚਦਾ ਉੱਥੋਂ ਤਾਂ ਕਹਿੰਦੇ ਸੀ ਬਚਾ ਲੈਣਾ ਚਾਹੀਦਾ। ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਜਿਹੜਾ 5 ਏਕੜ ਤੋਂ ਉੱਤੇ ਜਾਂ 10 ਏਕੜ ਤੋਂ ਉੱਤੇ ਜਿਹੜਾ ਮੋਟਰਾਂ ਤੇ ਬਿਜਲੀ ਦੇ ਬਿੱਲ ਆਉਂਦਾ
ਉਹਦੇ ਤੋਂ ਬਿੱਲ ਲਾਉਣਗੇ ਇਹ ਜਿਹੜੀ ਫ੍ਰੀ ਬਿਜਲੀ ਦਿੱਤੀ ਜਾਂਦੀ ਹੈ, ਸਬਸਿਡੀ ਦਿੱਤੀ ਜਾਂਦੀ ਹੈ। ਪਰ ਉਹ ਜਿਹਾ ਕੁਝ ਨਹੀਂ ਕੀਤਾ। ਕੀ ਕਰਨਾ ਨਹੀਂ ਚਾਹੀਦਾ, ਜਾਂ ਫਿਰ ਕਿਸਾਨੀ ਰੋਹ ਦਾ ਕੋਈ ਡਰ ਰਿਹਾ ਇਹਨਾਂ ਨੂੰ? ਕੋਈ ਕਿਸਾਨੀ ਰੋਹ ਦਾ ਡਰ ਨਹੀਂ, ਕੋਈ ਕਿਸੇ ਦਾ ਡਰ ਨਹੀਂ। ਇਹਨਾਂ ਨੂੰ ਨਾ ਪਾਲਿਸੀ ਦੀ ਲੋੜ ਹੈ, ਨਾ ਇਹ ਪਾਲਿਸੀ ਚਲਾਉਣਾ ਚਾਹੁੰਦੇ ਨੇ। ਇਹਨਾਂ ਦਾ ਜਿਹੜਾ ਹੈਗਾ ਤੌਰ ਤਰੀਕਾ ਇਹੀ ਆ ਵੀ ਲੋਕਾਂ ਨੂੰ ਜੋ ਮਰਜ਼ੀ ਆਪਾਂ ਡੁਟਾ ਕਰੀ ਜਾਓ। ਉਹਦੇ ਵਿੱਚ ਜਿਵੇਂ ਕਹਿੰਦੇ ਨਾ ਪੰਜਾਬੀ 'ਚ ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗੱਜ, ਇਹਨਾਂ ਨੇ ਖਜ਼ਾਨੇ ਨੂੰ ਚੋਰਾਂ ਦੇ ਕੱਪੜੇ ਬਣਾ ਰੱਖਿਆ ਤੇ ਡਾਂਗਾਂ ਦੇ ਗੱਜ ਨਾਲ ਇਹ ਮਿਲ ਰਹੇ ਨੇ। ਹੋਰ ਕੋਈ ਐਸੀ ਗੱਲ ਨਹੀਂ ਹੈ। ਜਿਹੜਾ ਬੰਦਾ ਇਮਾਨਦਾਰੀ ਨਾਲ, ਮਿਹਨਤ ਨਾਲ ਕੰਮ ਕਰਦਾ ਹੈ, ਇਮਾਨਦਾਰੀ ਕੇਵਲ ਇਹੀ ਨਹੀਂ ਹੁੰਦੀ ਕਿ ਪੈਸੇ ਨਹੀਂ ਲੈਣੇ। ਇਮਾਨਦਾਰੀ ਇਹ ਹੁੰਦੀ ਹੈ ਕਿ ਪੈਸੇ ਵੀ ਨਹੀਂ ਲੈਣੇ ਤੇ ਕੰਮ ਵੀ ਠੀਕ ਤਰੀਕੇ ਨਾਲ ਕਰਨਾ ਹੈ, ਸੋਚ ਸਮਝ ਕੇ ਕਰਨਾ। ਉਹ 'ਚ ਗਲਤੀ ਹੋ ਸਕਦੀ ਹੈ ਕੰਮ ਕਰਦੇ, ਤੁਸੀਂ ਕੰਮ ਕਰਦੇ ਬੇਧਿਆਨੇ ਕਰੀ ਜਾਓ, ਪੈਸਾ ਤੁਸੀਂ ਨਹੀਂ ਲੈਂਦੇ, ਰਿਸ਼ਵਤ ਨਹੀਂ ਲੈ ਰਹੇ, ਪਰ ਜੇ ਤੁਸੀਂ ਬੇਧਿਆਨੇ ਰਹਿ ਕੇ ਕੰਮ ਇਹੋ ਜਿਹੇ ਝੜਮ ਕਰ ਦਿੰਦੇ ਹੋ, ਉਹਦੇ ਨਾਲ ਤਾਂ ਨਾ ਕਰਨਾ ਚੰਗਾ। ਤੁਹਾਨੂੰ ਕੋਈ ਦਰਜੀ ਮੁਫਤ ਕੱਪੜਾ ਸੀ ਕੇ ਦੇਵੇ, ਪਰ ਉਹ ਕੱਪੜੇ ਹੀ ਗਲਤ ਕੱਟ ਦੇ, ਉਹਨੇ ਪੈਸਾ ਤਾਂ ਕੋਈ ਨਹੀਂ ਲਿਆ, ਪਰ ਕੱਪੜਾ ਗਲਤ ਕਰਕੇ ਤੁਹਾਡਾ ਕੱਪੜਾ ਤਾਂ ਖਰਾਬ ਕਰਤਾ। ਸੋ ਇਸ ਕਰਕੇ ਇਹ ਜਿਹੜਾ ਤੌਰ ਤਰੀਕਾ ਇਹਨਾਂ ਦਾ, ਉਹ ਤੌਰ ਤਰੀਕਾ ਗਲਤ ਹੈ। ਇੱਕ ਤਾਂ ਇਹਨਾਂ ਨੂੰ ਤਜਰਬਾ ਹੀ ਨਹੀਂ ਹੈ, ਦੂਜੀ ਗੱਲ ਜੇ ਨਹੀਂ ਹੈ ਸਿੱਖ ਸਕਦੇ ਸੀ ਨਾ, ਉਹ ਸਿੱਖਣ ਦੀ ਉਹ ਤਾਂ ਫਟਾਫਟ ਉਸੇ ਗੱਡੀ 'ਤੇ ਪਤਾ ਚੜਾਤਾ ਇਹਨਾਂ ਨੂੰ ਤਾਂ। ਹੋਰ ਤੇਜ਼ੀ ਨਾਲ ਉਹ ਜਿਵੇਂ ਕਹਿੰਦੇ ਨੇ ਗੱਡੀ ਦਾ ਐਕਸਲੇਟਰ ਦੱਬ ਦਿੰਦੇ ਨੇ ਵੀ ਸਪੀਡ ਬਸ ਫਿਰ ਠਾਠਾ ਜਾਈ ਜਾਵੇ, ਜਿੱਦਾਂ ਐਕਸੀਡੈਂਟ ਹੋ ਜੂ। ਸੋ ਇਹ ਜਿਹੜਾ ਤੌਰ ਤਰੀਕਾ ਹੈ, ਇਹ ਤੌਰ ਤਰੀਕਾ ਹੀ ਸ਼ੁਰੂਆਤ ਹੀ ਇਹਨਾਂ ਦੀ ਇਸ ਤੌਰ ਤਰੀਕੇ 'ਚ ਹੋਈ ਆ। ਕਈ ਕਹਿਣਗੇ ਨਹੀਂ ਜੀ ਅਜੇ ਤਾਂ ਟਾਈਮ ਹੈ ਜੀ, ਫਲਾਣਾ ਜੀ, ਅਜੇ ਤਾਂ ਅਸੀਂ ਆਹ ਸ਼ੁਰੂ ਕਰਿਆ। ਮੈਂ ਵੀ ਇਹੀ ਮੰਨਦਾ ਵੀ ਅਜੇ ਸ਼ੁਰੂਆਤ ਹੈ, ਪਰ ਸ਼ੁਰੂਆਤ ਦੇ ਵਿੱਚ ਵੀ ਤਾਂ ਤੁਹਾਨੂੰ ਪਤਾ ਤਾਂ ਲੱਗ ਹੀ ਜਾਂਦਾ ਵੀ ਜੇ ਤੁਸੀਂ ਕਾਰੀ ਗਲਤ ਰਹੇ ਹੋ, ਜੇ ਤੁਸੀਂ ਜਿਸ ਟਾਹਣੇ 'ਤੇ ਬੈਠੇ ਹੋ ਉਹਨੂੰ ਕੱਟਣਾ ਸ਼ੁਰੂ ਕਰਿਆ ਹੋਇਆ ਹੈ, ਤੇ ਕੋਈ ਬੰਦਾ ਕਹਿੰਦਾ ਵੀ ਭਾਈ ਤੁਸੀਂ ਤਾਂ ਗਿਰੋਗੇ, ਤੇ ਉਹ ਕਹੇ ਜੀ ਅਜੇ ਤਾਂ ਇਹਨੇ ਪਹਿਲੀ ਕੁਹਾੜੀ ਹੋਈ ਮਾਰੀ ਹੈ, ਤੁਸੀਂ ਐਵੇਂ ਇਹਨੂੰ ਗਿਰਨ ਦਾ ਕਹੀ ਜਾਂਦੇ ਹੋ। ਉਹ ਭਾਈ ਜਦ ਪਤਾ ਹੀ ਆ ਵੀ ਇਹ ਜਿਹੜੇ ਟਾਹਣੇ 'ਤੇ ਬੈਠੇ ਉਸੇ ਨੂੰ ਕੱਟ ਰਹੇ ਤਾਂ ਗਿਰਨੇ ਗਿਰਨਾ, ਅੱਜ ਨਹੀਂ ਤਾਂ ਕੱਲ ਨੂੰ ਗਿਰ ਜੂਗਾ। ਸੋ ਇਹਨਾਂ ਨੂੰ ਮਹੀਨੇ ਤਾਂ 6 ਛੂ ਲਈ ਜਾਣ ਜਿੰਨੇ ਲੈਣੇ ਨੇ, ਵੀ ਸਾਨੂੰ ਤਾਂ ਜੀ ਅਜੇ ਮਹੀਨਾ ਹੀ ਹੋਇਆ। ਆਪ ਹੀ ਕਹਿਤਾ ਹੁਣ ਤਾਂ ਵੀ ਮਹੀਨੇ ਬਾਅਦ ਅਸੀਂ ਪ੍ਰਾਪਤੀਆਂ ਦੱਸਦੇ ਹਾਂ। ਫਿਰ ਜੇ ਪ੍ਰੈਸ ਪੁੱਛਦੀ ਆ ਫਿਰ ਤਾਂ ਕੋਈ ਗੱਲ ਬਾੜੀ ਨਹੀਂ, ਕਿਉਂਕਿ ਆਪ ਵੀ ਤਾਂ ਦੱਸ ਹੀ ਰਹੇ ਨੇ ਨਾ, ਫਿਰ ਕੁਐਸਚਨ ਕਰਨਗੇ ਲੋਕ। ਤੇ ਪਰ ਮੈਨੂੰ ਇਹ ਲੱਗਦਾ ਹੈ ਵੀ ਜਿਸ ਤਰੀਕੇ ਨਾਲ ਜਿਸ ਧੜੇ 'ਤੇ ਚੱਲਦੇ ਨੇ, ਉਸ ਧੜੇ ਦੇ ਉੱਤੇ ਸ਼ਾਇਦ ਜੋ ਮੈਨੂੰ ਲੱਗਦਾ ਹੈ ਇਹਨੇ ਕਿਵੇਂ ਜਿਹੜੀਆਂ ਵੱਡੀਆਂ ਗੱਲਾਂ ਕਰਨ ਵਾਲੀਆਂ ਸੀ ਉਹਦੇ ਵਿੱਚ ਬੱਚਿਆਂ ਦੀਆਂ ਕਿਤਾਬਾਂ, ਉਹਦਾ ਕੋਈ ਪ੍ਰਬੰਧ ਨਹੀਂ ਹੈ ਅਜੇ ਤੱਕ। ਕਹਿਣ ਨੂੰ ਉਹ ਪ੍ਰਾਈਵੇਟ ਸਕੂਲਾਂ ਦੀ ਗੱਲ ਜ਼ਰੂਰ ਕਰੀ ਹੈ, ਉਹ ਪ੍ਰਾਈਵੇਟ ਸਕੂਲ ਇੱਕ ਖਾਸ ਸੈਕਸ਼ਨ ਦੇ ਨੇ, ਪਰ ਆਹ ਜਿਹੜੇ ਬੱਚਿਆਂ ਨੂੰ ਮੁਫਤ ਕਿਤਾਬਾਂ ਮਿਲਣੀਆਂ ਸੀ ਜਾਂ ਸਰਕਾਰੀ ਕਿਤਾਬਾਂ ਅਵੇਲੇਬਲ ਹੋਣ, ਘੱਟੋ ਘੱਟ ਬਾਜ਼ਾਰ 'ਚ ਅਵੇਲੇਬਲ ਹੋਣ, ਜਿਹਨੇ ਖਰੀਦਣੇ ਉਹ ਖਰੀਦ ਵੀ ਸਕੇ, ਉਹ ਸਾਰੇ ਆਮ ਗਰੀਬ ਜਾਂ ਥੋੜ੍ਹੇ ਜਿਹੇ ਗਰੀਬਾਂ ਤੋਂ ਉੱਪਰਲੇ ਮੱਧ ਦਰਜੇ ਦੇ ਬੱਚੇ ਨੇ। ਉਹਨਾਂ ਦੀ ਇਹਨਾਂ ਨੂੰ ਕੋਈ ਚਿੰਤਾ ਨਹੀਂ ਵੀ ਕਿਹੋ ਜਿਹੀਆਂ ਉਹਨਾਂ ਨੂੰ ਕਿਤਾਬਾਂ ਮਿਲਣੀਆਂ ਨੇ ਜਾਂ ਨਹੀਂ ਮਿਲਣੀਆਂ। ਇਹ ਬਹੁਤ ਵੱਡਾ ਮੈਂ ਕਹਾਂਗਾ ਪਾੜਾ ਹੈ। ਦੂਜਾ ਪਾੜਾ ਇਹਨਾਂ ਦਾ ਇਹ ਹੈ ਕਿ ਤਕਰੀਬਨ 3000 ਇਹਨਾਂ ਨੇ ਬੰਦਾ ਜੇਲ੍ਹਾਂ 'ਚ ਬੰਦ ਕਰ ਰੱਖਿਆ ਗੈਂਗਸਟਰ ਕਹਿ ਕੇ। ਉਹਦੀ ਸਮੀਖਿਆ ਕਰਨੀ ਬਣਦੀ ਸੀ। ਜਿਹੜੇ ਛੋਟੇ ਮੋਟੇ ਚੋਰ ਨੇ ਤੇ ਉਹਨਾਂ ਨੂੰ ਛੋਟੀ ਮੋਟੀ ਗਲਤੀ ਕਰੀ ਹੋਈ ਹੈ, ਉਹਨਾਂ ਨੂੰ ਗੈਂਗਸਟਰ ਨਾ ਕਹਿਣ, ਘੱਟੋ ਘੱਟ ਉਹਨਾਂ ਨੂੰ ਬਿਨਾਂ ਧੱਕੇ ਨਾਲ ਗੈਂਗਸਟਰ ਨਾ ਬਣਾਉਣ, ਕਿਉਂਕਿ ਅਸੀਂ ਜਵਾਨੀ ਨੂੰ ਆਪਣੀ ਨੂੰ ਬਚਾਉਣਾ ਹੈ, ਨਾ ਕਿ ਉਹਨੂੰ ਮਾਰਨਾ ਹੈ। ਤੇ ਇਟ ਇਜ਼ ਬੈਟਰ ਟੂ ਮੈਂਡ ਦੈਨ ਟੂ ਐਂਡ। ਕਿਸੇ ਨੂੰ ਖਤਮ ਨਹੀਂ ਕਰੀਦਾ, ਉਹਨੂੰ ਬਦਲਾ ਕਰੀਦਾ ਉਹਦੇ ਵਿੱਚ। ਔਰ ਬਦਲਾਅ ਹੁੰਦੇ ਨੇ ਲੋਕਾਂ ਦੇ ਵਿੱਚ ਬੜੇ ਵੱਡੇ ਵੱਡੇ। ਵਿਧੀ ਚੰਦ ਆਪਾਂ ਨੂੰ ਪਤਾ ਹੀ ਹੈ ਕਿੱਡਾ ਵੱਡਾ ਕਿੱਥੋਂ ਤੋਂ ਕਿੱਥੇ ਪਹੁੰਚਿਆ, ਬਹਾਦਰੀ ਤਾਂ ਉਹਨਾਂ 'ਚ ਹੁੰਦੀ ਹੋਈ ਹੈ। ਸੋ ਉਸ ਤਰੀਕੇ ਨਾਲ ਵਾਲਮੀਕ ਤਾਂ ਸਾਨੂੰ ਪਤਾ ਹੀ ਹੈ। ਸੋ ਇਹ ਕੋਈ ਐਂ ਨਹੀਂ ਹੈ, ਇਤਿਹਾਸ ਦੇ ਵਿੱਚ ਪਈਆਂ ਨੇ ਉਦਾਹਰਨਾਂ ਸਾਡੇ ਸਾਹਮਣੇ। ਤੇ ਇਹ ਇੱਕ ਸਾਨੂੰ ਇਹ ਪਾਸੇ ਕਰਨਾ ਜ਼ਰੂਰੀ ਸੀ ਕਿ ਅਸੀਂ ਇਹ ਕਰੀਏ। ਤੀਜਾ ਸੀਗਾ ਵੀ ਹਸਪਤਾਲਾਂ ਦੇ ਵਿੱਚ ਚਾਹੇ ਜੋ ਵੀ ਸੀਗੀਆਂ, ਤੁਰੰਤ ਇੱਕ ਕੰਮ ਕਰਨਾ ਕਿ ਉੱਥੇ ਦਵਾਈਆਂ ਠੀਕ ਮਿਲ ਲੱਗ ਜਾਣ ਤੇ ਡਾਕਟਰ ਜਿਹੜਾ ਇਲਾਜ ਕਰਨ। ਉਹ ਤੁਸੀਂ ਇੱਕ ਛਾਪਾ ਮਾਰ ਲਿਆ, ਉੱਥੇ ਇੱਕ ਡਾਕਟਰ ਨੂੰ ਫੜ ਲਿਆ, ਉਹਦਾ ਮੈਨੂੰ ਲੱਗਦਾ ਨਹੀਂ ਵੀ ਕੋਈ ਬਹੁਤਾ ਫਾਇਦਾ ਹੋਊਗਾ। ਤੇ ਉਹਦੇ ਵਿੱਚ ਵੀ ਇਹ ਕਿਸੇ ਪਾਸੇ ਦੇਖਣ 'ਚ ਕਿ ਹਸਪਤਾਲਾਂ ਦੀ ਸੁਧਾਰ ਕਰਨ ਵਾਸਤੇ ਜਿਹੜੀਆਂ ਘੱਟੋ ਘੱਟ ਜ਼ਰੂਰੀ ਚੀਜ਼ਾਂ ਸੀ ਉਹ ਕਰਦੇ ਹੋਣ, ਉਹ ਵੀ ਮੈਨੂੰ ਕੋਈ ਇਹ ਲੱਗਿਆ ਨਹੀਂ ਵੀ ਇਹ ਇਹਨਾਂ ਨੇ ਕੋਈ ਘੋੜੇ ਚੁੱਕਣੀ ਵੀ ਕੱਤੀ ਹੈ ਜਾਂ ਕੋਈ ਸ਼ੁਰੂਆਤ ਹੋਈ ਹੈ ਇਹਨਾਂ ਦੀ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਬਲਕਿ ਇਹ ਤਾਂ ਕੰਪਲੀਕੇਟ ਕਰਨਗੇ। ਅੱਜ ਪਿੱਛੇ ਕਿਹਾ ਇਹਨਾਂ ਨੇ ਵੀ 10,000 ਟੀਚਰ ਹੋਰ ਭਰਤੀ ਕਰਾਂਗੇ। ਬਾਰਡਰੀ ਦੇ ਟੀਚਰ ਹੈ ਨਹੀਂ, ਦੂਜੇ ਪਾਸੇ ਗਲਾਟ ਆਇਆ ਪਿਆ। ਇੱਕ ਪਾਸੇ ਮਤਲਬ ਪਾਣੀ ਇੰਨਾ ਹੈ ਕਿ ਉਹਦੇ ਨਾਲ ਹੜ੍ਹਾਂ ਹੁੰਦਾ ਡਰ ਹੈ, ਤੇ ਦੂਜੇ ਪਾਸੇ ਪਾਣੀ ਸੁੱਕਾ ਪਿਆ। ਇਹ 1,21,112 ਟੀਚਰ ਨੇ, 22,09,336 ਬੱਚੇ ਨੇ, ਜੋ 20 ਸਤੰਬਰ 2020 ਦੀ ਰਿਪੋਰਟ ਹੈ, 30 ਸਤੰਬਰ 2020 ਦੀ ਛਪੀ ਹੋਈ ਹੈ। ਸਰਕਾਰ ਦੀ ਵੰਡੀ ਹੋਈ ਹੈ, ਬਜਟ ਸੈਸ਼ਨ 'ਚ ਵੰਡੀ ਗਈ, ਜਿਹੜਾ ਪਿਛਲਾ ਬਜਟ ਸੈਸ਼ਨ ਸੀ, DPI ਦੇ ਹਵਾਲੇ ਨਾਲ ਛਪੀ ਹੈ। ਜੇ ਤੁਹਾਡੇ ਕੋਲ 18 ਬੱਚਿਆਂ ਵਾਸਤੇ ਟੀਚਰ ਹੈਗਾ, ਤੁਸੀਂ ਕਹਿੰਦੇ ਅਸੀਂ 10,000 ਟੀਚਰ ਹੋਰ ਲਾਵਾਂਗੇ, ਫਿਰ ਇਹਦਾ ਮਤਲਬ ਤੁਹਾਡੀ ਕਿਤੇ ਪਹਿਲ ਤਾਂ ਥੋੜ੍ਹੀ ਗਲਤ ਹੈ।
ਤੁਹਾਡੀ ਪਹਿਲ ਤਾਂ ਨੌਕਰੀ ਦੇਣ ਵਾਲੀ ਹੈ। ਤੁਸੀਂ ਇਹ ਤਾਂ ਕਹਿੰਦੇ ਨਹੀਂ ਵੀ ਜਿੱਥੇ ਟੀਚਰ ਵੱਧ ਨੇ ਉਹਨਾਂ ਨੂੰ ਬਦਲ ਕੇ ਅਸੀਂ ਉਹਨਾਂ ਸਕੂਲਾਂ 'ਚ ਭੇਜਾਂਗੇ ਜਿੱਥੇ ਟੀਚਰ ਘੱਟ ਨੇ, ਕਿਉਂਕਿ ਇੱਕ ਜਗ੍ਹਾ ਤੇ ਤੁਸੀਂ 20 ਬੱਚਿਆਂ ਦੇ ਉੱਤੇ 22 ਬੱਚਿਆਂ ਤੇ 9 ਟੀਚਰ ਲਾ ਰੱਖੇ ਨੇ, ਇੱਕ ਪਾਸੇ ਤੁਸੀਂ 400 ਬੱਚੇ ਨੂੰ ਇੱਕ ਵੀ ਟੀਚਰ ਨਹੀਂ ਦਿੱਤਾ ਜਾਂ 1-2 ਦਿੱਤੇ ਹੋਏ ਨੇ। ਫਿਰ ਉਹ ਤੁਸੀਂ ਟੀਚਰਾਂ ਨੂੰ ਤਨਖਾਹ ਦੇਣ ਵਾਸਤੇ ਰੱਖਿਆ ਜਾਂ ਕੰਮ ਵਾਸਤੇ? ਇੱਕ ਵਾਰੀ ਡਾਕਟਰਾਂ ਦੀ, ਮੈਂ ਡਾਕਟਰਾਂ ਦਾ ਲੀਡਰ ਸੀ, ਡਾਕਟਰਾਂ ਦੀਆਂ ਬਦਲੀਆਂ 'ਤੇ ਗੱਲ ਹੋਈ ਤੇ ਮੈਂ ਇੱਕ ਸਵਾਲ ਕਰਿਆ ਸੀ ਮੀਡੀਆ 'ਚ ਸਿੱਧਾ, ਹਾਲਾਂਕਿ ਮੈਂ ਤਾਂ ਉਹਨਾਂ ਦਾ ਲੀਡਰ ਸੀ, ਲੀਡਰ ਦੇ ਮੁਤਾਬਿਕ ਕਰਿਆ ਸੀ ਵੀ ਕੀ ਅਸੀਂ ਡਾਕਟਰ ਭਰਤੀ ਡਾਕਟਰਾਂ ਨੂੰ ਤਨਖਾਹ ਦੇਣ ਵਾਸਤੇ ਕਰਦੇ ਹਾਂ ਜਾਂ ਅਸੀਂ ਲੋਕਾਂ ਦੇ ਇਲਾਜ ਵਾਸਤੇ ਕਰਦੇ ਹਾਂ? ਜੇ ਤਾਂ ਇਲਾਜ ਵਾਸਤੇ ਕਰਦੇ ਹਾਂ ਫਿਰ ਤਾਂ ਜਿੱਥੇ ਲੋੜ ਆ ਉੱਥੇ ਭੇਜਣਾ ਪਊ ਉਹਨਾਂ ਨੂੰ। ਜੇ ਅਸੀਂ ਡਾਕਟਰਾਂ ਨੂੰ ਤਨਖਾਹ ਦੇਣ ਵਾਸਤੇ ਕਰਦੇ ਹਾਂ ਫਿਰ ਕਹਾਂਗੇ ਬਾਪੂ ਕਹਿ ਕੇ ਵੀ ਭਾਈ ਤੁਸੀਂ ਭਾਵੇਂ ਆਪਦਾ ਨਰਸਿੰਗ ਹੋਮ ਵੀ ਚਲਾਈ ਜਾਓ, ਤੁਹਾਡੇ ਘਰ 'ਚ ਬੈਠੇ ਰਹੋ ਕੋਠੀਆਂ ਚੱਲਦੀਆਂ 'ਚ, ਤਨਖਾਹ ਲਈ ਜਾਓ। ਫਿਰ ਅਸੀਂ ਇਹ ਕਹਾਂ ਇਹ ਤਾਂ ਸਾਨੂੰ ਫੈਸਲਾ ਹੀ ਕਰਨਾ ਪਊ ਵੀ ਆਪਾਂ ਜਿਹੜਾ ਅਮਲਾ ਭਰਤੀ ਕਰਿਆ ਕਾਹਦੇ ਵਾਸਤੇ ਕਰਿਆ। ਇਹ ਡਾਕਟਰਾਂ ਦੇ ਬਾਰੇ ਕੱਢੀ ਬਹਿਸ ਸੀ ਉਹਦੇ 'ਚ ਮੈਂ ਇਹ ਗੱਲ ਕਹੀ ਹੈ, ਕਿਉਂਕਿ ਮੈਨੂੰ ਪਤਾ ਵੀ ਇਹ ਗੱਲ ਅਸੀਂ ਡਾਕਟਰ ਇਸ ਵਾਸਤੇ ਥੋੜ੍ਹਾ ਭਰਤੀ ਕਰਦੇ ਹਾਂ। ਇੱਕ ਵਾਰੀ ਮੇਰੇ ਗੱਲ ਹੋ ਗਈ, ਮੈਂ ਛੋਟੀ ਜਿਹੀ ਤਾਂ ਸੁਣਾ ਰਿਹਾ, ਇੱਕ ਮੰਤਰੀ ਸੀਗੇ ਸਾਡੇ, ਬੜੇ ਚੰਗੇ ਸੀਗੇ, ਬਹੁਤ ਹੀ ਸ਼ਰੀਫ ਸੀਗੇ, ਤੇ ਮੈਨੂੰ ਕਹਿਣ ਲੱਗੇ ਆਹ ਬਦਲੀ ਕਰਨੀ। ਹਾਲਾਂਕਿ ਮੰਤਰੀ ਤਾਂ ਆਪੇ ਜੋ ਮਰਜ਼ੀ ਬਦਲੀ ਕਰਦੇ ਨੇ, ਮੈਨੂੰ ਪੁੱਛਣ ਦੀ ਵੀ ਲੋੜ ਨਹੀਂ, ਮੈਨੂੰ ਕਹਿਣ ਦੀ ਲੋੜ ਨਹੀਂ, ਮੈਂ ਕੌਣ ਆ? ਮੰਤਰੀ ਕੋਲ ਤਾਂ ਪਾਵਰ ਹੈ ਪੂਰੀ। ਮੈਨੂੰ ਕਹਿੰਦੇ ਵੀ ਆਹ ਬਦਲੀ ਇੱਦਾਂ ਕਰਨੀ ਹੈ। ਮੈਂ ਜੀ ਸਰ ਇੱਥੇ ਤਾਂ ਪੋਸਟ ਹੀ ਨਹੀਂ ਹੈਗੀ, ਇਹ ਬੰਦੇ 2 ਕਰ ਦਾਂਗੇ, ਉੱਥੇ ਪੜ੍ਹਾਉਣਾ ਤੇ ਕੰਮ ਕਰਨਾ ਹਸਪਤਾਲ ਦਾ ਬੰਦ ਹੋ ਜਾਏਗਾ। ਨਹੀਂ ਨਹੀਂ ਕਹਿੰਦੇ ਯਾਰ ਮੇਰੀ ਨੂਰ, ਮੈਂ ਜੀ ਨੂਰ ਰਾਣੀ ਕੀ ਕਹਿੰਦੀ ਹੈ, ਜੇ ਤਾਂ ਕਰਨਾ ਇਨਸਾਫ ਤਾਂ ਰਹਿਣ 2-6 ਮਹੀਨਿਆਂ ਨੂੰ ਇੱਕ ਨੇ ਰਿਟਾਇਰ ਹੋ ਜਾਣਾ, ਉਦੋਂ ਬਦਲ ਦਾਂਗੇ। ਨਹੀਂ ਫਿਰ ਤੁਹਾਡੀ ਮਰਜ਼ੀ ਹੈ। ਹੁਣ ਮੈਂ ਇਹ ਤਾਂ ਕਹਿ ਨਹੀਂ ਸਕਦਾ ਵੀ ਮੈਂ ਤੁਹਾਨੂੰ ਰੋਕ ਦੂੰ, ਮੈਂ ਕੌਣ ਆ ਰੋਕਣ ਵਾਲਾ? ਮੈਂ ਤਾਂ ਠੀਕ ਰਾਏ ਦੇ ਸਕਦਾ, ਪਰ ਕਿਉਂਕਿ ਉਹਨਾਂ ਨੇ ਆਪਦੀ ਕੋਠੀ ਬੈਠੇ ਮੇਰੇ ਨਾਲ ਜਿਵੇਂ ਦੋਸਤੀ ਟਾਈਪ ਕਰਕੇ ਵੀ ਇੱਕ ਜੂਨੀਅਰ ਅਫਸਰ ਨਾਲ ਗੱਲ ਕਰ ਰਹੇ ਸੀ, ਉਹਦੇ 'ਚ ਕਰੀ ਤਾਂ ਮੈਂ ਆਪ ਹੀ ਗੱਲ ਕਰੀ ਵੀ ਚਲੋ ਨੂਰ ਰਾਣੀ ਤਾਂ ਤੁਸੀਂ ਸਮਝਾ ਹੀ ਦਿਓਗੇ ਜੀ, ਨਹੀਂ ਤਾਂ ਉਹਨਾਂ ਨੂੰ ਇਹ ਕਹਿਣ ਦੀ ਕੀ ਲੋੜ ਸੀ? ਉਹ ਖੁੱਲ੍ਹ ਦੇ ਵਿੱਚ ਉਹਨਾਂ ਨੇ ਕਿਹਾ ਵੀ ਆਹ ਗੱਲ ਹੈ। ਮੈਂ ਜੀ ਤੁਸੀਂ ਨੂਰ ਰਾਣੀ ਨੂੰ ਕਹਿ ਦਿਓ ਵੀ ਕੋਈ ਨਹੀਂ 6 ਮਹੀਨਿਆਂ ਨੂੰ ਕਰ ਦਾਂਗੇ, ਕੋਈ ਨੂਰ ਨਹੀਂ ਰੋਟੀਆਂ ਬੰਦ ਕਰਦੀ ਹੁੰਦੀ, ਤੁਸੀਂ ਮਿਨਿਸਟਰ ਹੋ। ਔਰ ਸੱਚੀ ਮੁੱਚੀ ਉਹ ਮੰਨ ਗਏ, ਨਹੀਂ ਬਦਲੀ ਕਰੀ ਉਹ। ਸੋ ਕਹਿਣ ਦਾ ਮੇਰਾ ਮਤਲਬ ਹੈ, ਨਾਲ ਮੈਂ ਇਹੀ ਗੱਲ ਕਹੀ ਜਿਹੜੀ ਹੁਣ ਕਹਿਣਾ, ਮੈਂ ਕਿਹਾ ਜੀ ਆਪਾਂ ਇਹ ਡਾਕਟਰ ਜਿਹੜੇ ਪ੍ਰੋਫੈਸਰ ਭਰਤੀ ਕਰੇ ਨੇ ਮੈਡੀਕਲ ਕਾਲਜ ਦੇ, ਇਹ ਆਪਾਂ ਨੇ ਇਹਨਾਂ ਨੂੰ ਤਨਖਾਹ ਦੇਣ ਵਾਸਤੇ ਕਰਿਆ ਜਾਂ ਇਹਨਾਂ ਨੂੰ ਪੜ੍ਹਾਉਣ ਤੇ ਮਰੀਜ਼ਾਂ ਦਾ ਕੰਮ ਕਰਨ ਵਾਸਤੇ ਕਰਿਆ? ਉਹ ਹੱਸ ਪਏ, ਮੈਨੂੰ ਕਹਿੰਦੇ ਜਾਓ ਡਾਕਟਰ ਯਾਰ ਕੋਈ ਨਹੀਂ, ਤੁਸੀਂ ਆਪਣਾ ਰਾਂਝਾ ਰਾਜੀ ਕਰ ਲਓ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਅਸੀਂ ਅਮਲਾ ਭਰਤੀ ਕਰਦੇ ਹਾਂ ਕੰਮ ਵਾਸਤੇ, ਸੇਵਾਵਾਂ ਵਾਸਤੇ। ਜੇ ਉਹਨੂੰ ਅਸੀਂ ਉਹਦੀ ਸਹੂਲਤ, ਅਮਲੇ ਦੀ ਕੱਢੀ ਸਹੂਲਤ ਹੈ, ਮੈਂ ਨਹੀਂ ਕਹਿੰਦਾ ਅਮਲਾ ਤੰਗ ਹੋਵੇ, ਪਰ ਉਹਦੀ ਸਹੂਲਤ ਵਾਸਤੇ ਇੱਕ ਜਗ੍ਹਾ ਤੇ ਉਹਨੂੰ ਤਾਂ ਫਿਰ ਸਹੂਲਤ ਇਹ ਹੈ ਵੀ ਘਰੇ ਬੈਠ ਕੇ ਤਨਖਾਹ ਦੇ ਦਿਆ ਕਰੋ ਜੀ, ਮੈਨੂੰ ਜਾਣਾ ਵੀ ਨਾ ਪਵੇ। ਆ ਕਰੋਨਾ 'ਚ ਇਹੀ ਹੋਇਆ। ਸੋ ਜੇ ਐਂ ਸਹੂਲਤ ਮੰਨਣੀ ਹੈ ਤੁਹਾਨੂੰ ਫੈਸਲਾ ਕਰਨਾ ਪਊ। ਇੱਕ ਲਾਸਟ ਗੱਲ ਕਹਿ ਕੇ ਮੈਂ ਆਪਦੀ ਗੱਲ ਖਤਮ ਕਰਾਂਗਾ। ਇੱਕ ਵਾਰੀ ਅਸੀਂ ਦਾਖਲੇ ਕਰ ਰਹੇ ਸੀ ਨਰਸਿੰਗ ਦੇ, ਉਹਦੇ ਜ਼ਿਆਦਾ ਕੁੜੀਆਂ ਹੁੰਦੀਆਂ ਨੇ, ਤੇ ਇੱਕ ਪ੍ਰਾਈਵੇਟ ਕਾਲਜ ਸੀ ਜਿਹੜਾ ਇੱਕ ਪੋਲੀਟੀਸ਼ੀਅਨ ਜਿਹੜੇ ਮੰਤਰੀ ਵੀ ਰਹੇ ਸੀ ਉਹ ਚਲਾ ਰਹੇ ਸੀ, ਉਹਨਾਂ ਨੇ ਕੋਈ ਗੜਬੜ ਹੋਈ ਸੀ ਤੇ ਉਹਨਾਂ ਨੇ ਮੈਂ ਰੋਕਤੀ ਤਾਂ ਉਹਨਾਂ ਨੇ ਮੇਰੀ ਸ਼ਿਕਾਇਤ ਕਰਾਤੀ, ਵੂਮਨ ਕਮਿਸ਼ਨ ਨੂੰ ਕਰਾਤੀ, ਹਿਊਮਨ ਰਾਈਟ ਕਮਿਸ਼ਨ ਨੂੰ ਕਰਾਤੀ, ਤੇ ਕਿ ਜੀ ਸਾਨੂੰ ਇਹਨਾਂ ਨੇ ਮਾੜੇ ਲਫ਼ਜ਼ ਵਰਤੇ ਨੇ। ਮੈਂ ਕੀ ਕਿਹਾ ਸੀ, ਉਹ ਅੰਗਰੇਜ਼ ਸੀ, ਉਹਨਾਂ ਦੀ ਜਿਹੜੀ ਵਾਈਸ ਪ੍ਰਿੰਸੀਪਲ ਸੀ, ਮੈਂ ਕਿਹਾ ਤੁਸੀਂ ਮਾਹੌਲ ਗੰਦਲਾ ਨਾ ਕਰੋ। ਉਹਨੇ ਲਿਖਤਾ ਮੈਨੂੰ ਫਿਲਥੀ ਕਿਹਾ। ਗੰਦਲਾ ਮਾਹੌਲ ਕਰਨਾ ਹੋਰ ਗੱਲ ਹੁੰਦੀ ਹੈ, ਆਪਾਂ ਨੂੰ ਪਤਾ ਵੀ ਮਾਹੌਲ ਖਰਾਬ ਨਾ ਕਰੋ। ਮੈਂ ਕਿਹਾ ਮਾਹੌਲ ਗੰਦਲਾ ਨਾ ਕਰੋ, ਸ਼ਾਂਤਮਈ ਕਾਉਂਸਲਿੰਗ ਚੱਲਦੀ ਆ। ਉਹਨੇ ਲਿਖਤਾ ਮੈਨੂੰ ਫਿਲਥੀ ਕਿਹਾ, ਮਾੜੀ ਲੈਂਗੁਏਜ ਵਰਤੀ ਆ ਮੇਰੇ ਬਾਰੇ, ਵੂਮਨ ਬਾਰੇ। ਤੇ ਮੈਂ ਉਹਦਾ ਜਵਾਬ 2 ਲਾਈਨਾਂ ਦਿੱਤਾ। ਮੈਂ ਕਿਹਾ ਵੀ ਵੈਸੇ ਮੈਂ ਇਹਨੂੰ ਆਹ ਕਿਹਾ ਸੀ, ਇਹਨੂੰ ਨਹੀਂ ਆਉਂਦੀ, ਹੁਣ ਇਹ ਅੰਗਰੇਜ਼ ਹੈ, ਨਹੀਂ ਆਉਂਦੀ ਇਹਨੂੰ ਪੰਜਾਬੀ, ਹੁਣ ਮੈਂ ਕੀ ਕਰ ਸਕਦਾ, ਇਹ ਮੇਰੇ ਵੱਸ 'ਚ ਨਹੀਂ ਹੈ। ਪਰ ਫਿਰ ਵੀ ਜੇ ਮੈਨੂੰ ਸੱਚੀ ਮੁੱਚੀ ਵੀ ਚੁਣਨਾ ਪੈਂਦਾ, ਇੱਕ ਪਾਸੇ 1000 ਕੁੜੀ ਬੈਠੀ ਹੈ ਜਿਹਦੀ ਇੰਟਰਵਿਊ ਹੋ ਰਹੀ ਹੈ, ਇੱਕ ਪਾਸੇ ਇੱਕ ਔਰਤ ਹੈ, ਮੈਂ 1000 ਔਰਤ ਦੀ ਜਿਹੜੀ ਲੋੜ ਹੈ ਉਹ ਪੂਰੀ ਕਰਾਂਗਾ, ਇੱਕ ਦਾ ਜੇ ਨੁਕਸਾਨ ਹੁੰਦਾ ਹੋ ਜੇ, ਕਿਉਂਕਿ ਇਨਸਾਫ ਵੀ ਉਹਦੇ ਹੱਕ 'ਚ 1000 ਦੇ, ਗਿਣਤੀ ਦੇ ਤੌਰ ਤੇ ਵੀ ਉਹਦੇ ਵਾਸਤੇ ਹੈ। ਉਹ ਯੰਗ ਨੇ, ਇਹ ਮਾਲਕ ਹੈ, ਉਹ ਜਿਹੜੇ ਨੇ ਇਹ ਸਟੂਡੈਂਟ ਨੇ। ਸੋ ਮੈਂ ਐਜ਼ ਬਤੌਰ ਯੂਨੀਵਰਸਿਟੀ ਅਫਸਰ ਉਹ 1000 ਦੀ ਮਦਦ ਕਰਾਂਗਾ, ਇੱਕ ਦੀ ਨਹੀਂ ਕਰਾਂਗਾ। ਜਿਹਨੇ ਮੈਨੂੰ ਜੇ ਕੁਝ ਕਹਿਣਾ ਕਹੀ ਜਾਵੇ, ਜਿਹਨੇ ਸ਼ਿਕਾਇਤਾਂ ਕਰਨੀਆਂ ਨੇ ਕਰ ਲੈਣੀ, ਇਹੀ ਜਿਹੀਆਂ ਸ਼ਿਕਾਇਤਾਂ ਰੋਜ਼ ਹੀ ਹੋਣਗੀਆਂ। ਤੁਹਾਨੂੰ ਕਹਿਣਾ ਪੈਂਦਾ, ਤੁਹਾਨੂੰ ਪਤਾ ਵੀ ਤੁਹਾਨੂੰ ਸਜ਼ਾ ਦੇ ਦੇਣਗੇ, ਫਿਰ ਦੇ ਦੇਣ, ਮੈਂ ਕੀ ਕਰ ਸਕਦਾ? ਸਜ਼ਾ ਨੂੰ ਤਾਂ ਅਸੀਂ ਰੋਕ ਨਹੀਂ ਸਕਦੇ, ਪਰ ਤੁਹਾਨੂੰ ਸੱਚ ਤਾਂ ਕਹਿਣਾ ਹੀ ਪਊਗਾ, ਬਿਨਾਂ ਇਹ ਨਹੀਂ ਭੁਗਦਾ। ਸੋ ਸਰਕਾਰ ਨੂੰ ਇਹ ਕਰਨਾ ਚਾਹੀਦਾ, ਥੋੜ੍ਹੀ ਜਿਹੀ ਸਖਤ ਫੈਸਲੇ ਵੀ ਲੈਣੇ ਹੁੰਦੇ ਨੇ। ਹਰੇਕ ਜਗ੍ਹਾ ਤੇ ਗੁੱਡੀ ਨਹੀਂ ਤੁਸੀਂ ਕਰ ਸਕਦੇ, ਸਭ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ, ਪਰ ਬਿਨਾਂ ਮਤਲਬ ਦੇ ਹਰੇਕ ਨੂੰ ਨਾਰਾਜ਼ ਕਰੀ ਜਾਣਾ ਵੀ ਕੋਈ ਚੰਗਾ ਨਹੀਂ ਹੁੰਦਾ। ਸੋ ਸੋਚ ਸਮਝ ਕੇ ਫੈਸਲੇ ਲਵੇ, ਪਰ ਮੈਨੂੰ ਲੱਗਦਾ ਨਹੀਂ ਹੈ ਜੀ, ਔਖਾ ਲੱਗਦਾ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ।